वाहेगुरु जी का खालसा वाहेगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਰਬਤ ਮਹਿਰਾਨ ਜੀਵਨੀ ਗੁਰੂ ਅਮਰਦਾਸ ਜੀ किताब ਦਾ अगला भाग पढ़न जा रहे हैं। पन्ना नंबर 144। भाग 9वां शिकायतां ते अर्जियां राज दरबार आमद अकबर गुरु दर्शना सतगुर दी वडियाई वेख न सकन गौड़ी की वार महला चौथा इतिहासिक घटनावां दे वर्णन नाल भरी पई है। गुरु रामदास जी ने कुछ गोज भावां विच उन्हां सारियां घटनावां वारतावां ਅਤੇ ਸਾਖੀਆਂ ਦਾ ਜ਼ਿਕਰ ਕੀਤਾ ਹੈ ਜੋ ਗੁਰੂ ਅਮਰਦਾਸ ਜੀ ਦੇ ਗੁਰਗੱਦੀ ਬਿਰਾਜਮਾਨ ਹੋਣ ਤੋਂ ਪਹਿਲੇ ਦਹਾਕਿਆਂ ਵਿੱਚ ਵਾਪਰੀਆਂ। ਇੱਕ ਸ਼ਲੋਕ ਵਿੱਚ ਗੁਰੂ ਰਾਮਦਾਸ ਜੀ ਲਿਖਦੇ ਹਨ ਕਿ ਨਿੰਦਕ ਲੱਖ ਯਤਨ ਕਰਨ ਕੁਝ ਨਹੀਂ ਕਰ ਸਕਣਗੇ ਕਿਉਂਕਿ ਉਹ ਇਹ ਨਹੀਂ ਜਾਣਦੇ ਜਿਸ ਨੂੰ ਆਪਣੀ ਜ਼ਿੰਦਗੀ ਵਿੱਚ ਹੀ ਗੁਰੂ ਅੰਗਦ ਦੇਵ ਜੀ ਨੇ ਇੱਕ ਟਿਕ ਦਿੱਤਾ ਹੋਵੇ, ਜ਼ਿੰਮੇਵਾਰੀ ਸੌਂਪ ਦਿੱਤੀ ਹੋਵੇ, ਉਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਸਾਰਾ ਸੰਸਾਰ ਉਹਨਾਂ ਦੀ ਪੈਰੀ ਪੈ ਜਾਂਦਾ ਹੈ ਤੇ ਨਿਆਉਂਦਾ ਹੈ। ਜੀ ਹੋਂਦੇ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕਿਉ ਜਗਤ ਨੀਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ। ਫਿਰ ਰਤਾ ਵਿਆਖਿਆ ਕਰਦੇ ਹੋਏ ਗੁਰੂ ਅਮਰਦਾਸ ਜੀ ਦਾ ਸੁਭਾਅ ਦੱਸਦੇ ਹਨ ਕਿ ਜਿਨ੍ਹਾਂ ਮਨੁੱਖਾਂ ਦਾ ਕਾਰਜ ਸਿਰਫ ਊਜਾ ਲਗਾਉਣਾ, ਉਪੱਦਰ ਖੜੇ ਕਰਨੇ, ਸ਼ਰਾਰਤਾਂ ਅਪਣਾਉਣੀਆਂ, ਸ਼ਿਕਾਇਤਾਂ ਪਹੁੰਚਾਉਣੀਆਂ ਅਤੇ ਦਰਖਾਸਤਾਂ ਹੀ ਦੇਣਾ ਸੀ, ਐਸੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪ ਮਨਮੁਖ ਕਰਾਰ ਦੇ ਦਿੱਤਾ ਸੀ ਅਤੇ ਐਸੇ ਹੰਕਾਰੀਆਂ ਨੂੰ ਗੁਰੂ ਅੰਗਦ ਦੇਵ ਜੀ ਨੇ ਝੂਠਾ ਮਿਥਿਆ ਸੀ। ਗੁਰੂ ਅਮਰਦਾਸ ਜੀ ਨੇ ਇਹ ਵਿਚਾਰ ਕੀਤੀ, ਇਹਨਾਂ ਕੰਗਾਲਾਂ ਦੇ ਕੀ ਵਸ ਹੈ। ਗੁਰ ਬਾਬੇ ਫਿਟ ਕੇ ਸੇ ਫਿਟੇ ਗੁਰੂ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜੀ ਵਿਚਾਰਿਆਂ ਕਿਆ ਹੱਥ ਇਹਨਾਂ ਵਿਚਾਰੇ। ਇੱਥੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਦੋਖੀਆਂ ਰਲ ਕੇ ਕਿਤਨੇ ਹੀ ਯਤਨ ਕੀਤੇ ਪਰ ਕਿਸੇ ਨੂੰ ਵੀ ਕਾਮਯਾਬੀ ਨਾ ਮਿਲੀ। ਉਹਨਾਂ ਸਭ ਯਤਨਾਂ ਦਾ ਵੇਰਵਾ ਇਸ ਪ੍ਰਕਾਰ ਦਿੱਤਾ ਜਾ ਸਕਦਾ ਹੈ। ਪਹਿਲਾ ਯਤਨ ਉਹਨਾਂ ਈਰਖਾਲੂ ਲੋਕਾਂ ਦਾ ਇਹ ਸੀ ਕਿ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਵਸੇਬਾ ਹੀ ਨਾ ਕਰਨ ਦਿੱਤਾ ਜਾਵੇ। ਉਹਨਾਂ ਬੋਲੀਆਂ, ਪੱਥਰ, ਤੀਰ, ਗੋਲੀਆਂ, ਪੱਥਰ ਵੱਟੇ, ਸਿੱਖਾਂ ਅਤੇ ਸੇਵਕਾਂ ਨੂੰ ਮਾਰੇ ਪਰ ਸ਼ਾਹੀ ਖਜ਼ਾਨੇ ਦੀ ਖੱਚਰ ਘਰ ਲੁਕਾਉਣ ਨਾਲ ਘਰ ਘਾਟ ਹੀ ਗਵਾ ਬੈਠੇ। ਦੂਜੀ ਕੋਸ਼ਿਸ਼ ਫਿਰ ਮਰਵਾਹਾ ਗੋਇੰਦੇ ਦੇ ਪੁੱਤਰ ਨੂੰ ਚੁੱਕਿਆ ਕਿ ਉਹ ਰਾਜ ਦਰਬਾਰ ਜਾਂ ਲਾਹੌਰ ਜਾ ਕੇ ਨਵਾਬ ਪਾਸ ਅਰਜੀ ਦਾਖਲ ਕਰੇ ਕਿ ਉਸ ਦੇ ਪਿਤਾ ਦੀ ਜ਼ਮੀਨ ਤੇ ਗੁਰੂ ਅਮਰਦਾਸ ਜੀ ਨੇ ਕਬਜ਼ਾ ਕਰ ਲਿਆ ਹੈ। ਇਹ ਯਾਦ ਰਵੇ ਕਿ ਮਰਵਾਹੇ ਦੇ ਇੱਕ ਪੁੱਤਰ ਨੂੰ ਤਾਂ ਸ਼ਾਹੀ ਫੌਜ ਨੇ ਖਜ਼ਾਨਾ ਲੁੱਟਣ ਦੇ ਦੋਸ਼ ਵਿੱਚ ਫਾਂਸੀ ਚੜਾ ਦਿੱਤਾ ਸੀ। ਦੂਜਾ ਵੀ ਉਹਨਾਂ ਮਾਰ ਮੁਕਾਉਣਾ ਸੀ ਪਰ ਉਸ ਦੀ ਮਾਂ ਗੁਰੂ ਸ਼ਰਨ ਲੈ ਕੇ ਆ ਗਈ ਸੀ ਅਤੇ ਗੁਰੂ ਜੀ ਨੇ ਬਚਾ ਲਿਆ ਸੀ। ਮਹਿਮਾ ਪ੍ਰਕਾਸ਼ ਨੇ ਲਿਖਿਆ ਹੈ ਕਿ ਵੈ ਕਰ ਵਿਚਾਰ ਸਤਗੁਰ ਪਹਿ ਗਈ ਲੈ ਲੜਕਾ ਚਰਨ ਪਰ ਪਈ। ਗੁਰੂ ਰਾਮਦਾਸ ਜੀ ਨੇ ਗੌੜੀ ਦੀ ਵਾਰ ਵਿੱਚ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਜਿਨ੍ਹਾਂ ਨਿਰਵੈਰਾਂ ਨਾਲ ਵੈਰ ਰਚਾਇਆ ਉਹਨਾਂ ਸਾਰੇ ਸੰਸਾਰ ਦਾ ਪਾਪ ਹੀ ਸਿਰ ਤੇ ਉਠਾਇਆ ਹੈ। ਕਿਧਰੇ ਉਹਨਾਂ ਨੂੰ ਕਾਮਯਾਬੀ ਨਾ ਮਿਲੀ, ਨਿੰਦਾ ਕਰ ਕਰਕੇ ਉਹ ਥੱਕ ਗਏ। ਐਸੇ ਮਨੁੱਖਾਂ ਨੇ ਸੋਨੇ ਨੂੰ ਜੇ ਹੱਥ ਪਾਇਆ ਤਾਂ ਉਹ ਵੀ ਮਿੱਟੀ ਹੋ ਗਿਆ। ਪਰ ਗੁਰੂ ਦੀ ਵਡਿਆਈ ਦੇਖੋ ਕਿ ਐਸਾ ਪਾਪੀ ਵੀ ਜੇ ਗੁਰੂ ਕੀ ਚਰਨੀ ਆ ਢੱਠਾ ਤਾਂ ਉਹਨਾਂ ਬਖਸ਼ ਦਿੱਤਾ। ਹੁਣ ਉਸੇ ਪੁੱਤਰ ਨੇ ਚੁੱਕ ਵਿੱਚ ਆ ਕੇ ਦਰਖਾਸਤ ਦਿੱਤੀ ਕਿ ਮੇਰੇ ਬਾਪ ਮਰਵਾਹ ਗੋਇੰਦਾ ਨੇ ਆਪਣੇ ਪਿੰਡ ਵਿੱਚ ਇੱਕ ਸਾਧੂ ਵਸਾਇਆ ਸੀ, ਉਹ ਹੁਣ ਜ਼ਮੀਨ ਦਬਾ ਬੈਠਾ ਹੈ, ਬੇਦਖਲ ਕੀਤਾ ਜਾਏ। ਅਕਬਰ ਤਖਤ ਤੇ ਬੈਠ ਚੁੱਕਾ ਸੀ ਅਤੇ ਲਾਹੌਰ ਦਾ ਗਵਰਨਰ ਨਵਾਬ ਖਿਜਰ ਖਵਾਜਾ ਖਾਨ ਸੀ। ਨਵਾਬ ਖਵਾਜਾ ਖਾਨ ਆਪੂ ਗੋਇੰਦਵਾਲ ਆਇਆ। ਉਸ ਅੱਖੀਂ ਡਿੱਠਾ ਕਿ ਗੋਇੰਦਵਾਲ ਬਨਾਵਟ ਦਾ ਕੋਈ ਮੁਕਾਮ ਨਹੀਂ, ਸਭ ਅਸਲ ਹੀ ਅਸਲ ਹੈ, ਦਿਖਾਵੇ ਦਾ ਜੀਵਨ ਨਹੀਂ। ਨੇਕੀ ਅਤੇ ਬੰਦਗੀ ਤੇ ਗੁਰੂ ਜੀ ਜ਼ੋਰ ਦੇ ਰਹੇ ਹਨ। ਸੰਗਤ ਪੰਗਤ ਵਿੱਚ ਬਰਾਬਰੀ ਰੱਖੀ ਜਾਂਦੀ ਹੈ। ਗੁਰੂ ਬੇਗਰਜ ਅਤੇ ਰੱਬ ਦੇ ਰੂਪ ਹਨ। ਦਿਨ ਰਾਤ ਇਬਾਦਤ ਹੁੰਦੀ ਰਹਿੰਦੀ ਹੈ। ਗੁਰੂ ਜੀ ਦਾ ਕਿਸੇ ਨਾਲ ਵੈਰ ਤੇ ਵਿਰੋਧ ਨਹੀਂ ਹੈ, ਸਗੋਂ ਉਹਨਾਂ ਨੇ ਹੀ ਇਸ ਮਰਵਾਹੇ ਦੇ ਪੁੱਤਰ ਨੂੰ ਆਪ ਵਿੱਚ ਪੈ ਕੇ ਮੌਤੋਂ ਬਚਾਇਆ ਸੀ ਤਾਂ ਉਸ ਅਰਜੀ ਖਾਰਜ ਕਰ ਦਿੱਤੀ। ਨਾਲ ਆਏ ਫੌਜਦਾਰ ਤਾਹਿਰ ਖਾਨ ਤੇ ਐਸਾ ਪ੍ਰਭਾਵ ਪਿਆ ਕਿ ਉਹ ਗੁਰੂ ਦਾ ਸਿੱਖ ਹੀ ਹੋ ਗਿਆ।
ਲਾਹੌਰ ਨਵਾਬ ਪਾਸ ਸਫਲਤਾ ਨਾ ਮਿਲਣ ਤੇ ਹੁਣ ਮਰਵਾਹੇ ਖੱਤਰੀ ਨੇ ਆਗਰੇ ਵੱਲ ਰੁਖ ਕੀਤਾ। ਮਰਵਾਹਾ ਆਪਣੇ ਨਾਲ ਇੱਕ ਹੋਰ ਸਾਥੀ ਲੈ ਕੇ ਸ਼ਾਹੀ ਦਰਬਾਰ ਫਰਿਆਦੀ ਹੋਇਆ। ਰਸਤੇ ਵਿੱਚ ਜਿੱਥੇ ਇਹ ਦੋਵੇਂ ਜਾਣ ਝੂਠੀਆਂ ਦਾਸਤਾਨਾਂ ਘੜ ਘੜ ਕੇ ਸੁਣਾਉਣ, ਪਰ ਕੋਈ ਕੰਨ ਨਾ ਦੇਵੇ। ਸ਼ਾਹੀ ਦਰਬਾਰ ਦਾ ਦਸਤੂਰ ਸੀ ਕਿ ਜਿਸ ਨੇ ਫਰਿਆਦ ਕਰਨੀ ਹੁੰਦੀ ਉਹ ਦਰਬਾਰ ਵਿੱਚ ਪਿਆ ਚੋਲਾ ਜੋ ਨੀਲੇ ਰੰਗ ਦਾ ਹੁੰਦਾ ਸੀ ਪਾ ਕੇ ਆਪਣੀ ਪੀੜਾ ਦੱਸਦਾ। ਐਸੇ ਫਰਿਆਦੀ ਦਾ ਫੈਸਲਾ ਉਸੇ ਸਮੇਂ ਸੁਣਾ ਦਿੱਤਾ ਜਾਂਦਾ ਸੀ। ਕੁਦਰਤੀ ਸੀ ਕਿ ਐਸਾ ਨੀਲਾ ਚੋਲਾ ਨਿੱਤ ਪਾਉਣ ਨਾਲ ਮੈਲਾ ਤੇ ਗੰਦਾ ਹੋ ਜਾਏ। ਨੀਲੇ ਦੀ ਥਾਂ ਰੰਗ ਕਾਲਾ ਹੀ ਲੱਗਦਾ ਸੀ। ਜਦ ਨੀਲਾ ਕਾਲਾ ਖਿਤੋਲੜਾ ਮਰਵਾਹ ਨੇ ਪਾ ਕੇ ਫਰਿਆਦ ਕੀਤੀ ਤਾਂ ਉਸ ਦੀ ਜ਼ਮੀਨ ਤੇ ਗੈਰ ਦਾ ਕਬਜ਼ਾ ਹੈ। ਤਾਂ ਅਕਬਰ ਦੇ ਪੁੱਛਣ ਤੇ ਅਹਲੰਕਾਰਾਂ ਦੱਸਿਆ ਕਿ ਮਰਵਾਹ ਦਾ ਕਹਿਣਾ ਗਲਤ ਹੈ। ਨਵਾਬ ਲਾਹੌਰ ਆਪ ਜਾ ਕੇ ਤਹਿਕੀਕਾਤ ਕਰਕੇ ਆਏ ਸਨ ਤੇ ਦਾਅਵਾ ਝੂਠਾ ਕਰਾਰ ਦਿੱਤਾ ਸੀ। ਖੁਫੀਆ ਖਬਰਾਂ ਤੋਂ ਵੀ ਇਹ ਪ੍ਰਗਟ ਹੁੰਦਾ ਹੈ ਕਿ ਮਰਵਾਹ ਝੂਠਾ ਹੈ। ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਗੁਰੂ ਅਮਰਦਾਸ ਜੀ ਹਨ, ਜੋ ਬੜੇ ਮੁੱਤਕੀ, ਪਰਹੇਜ਼ਗਾਰ, ਸੁਲਹ ਕੁਲ, ਖੁਦਾ ਪ੍ਰਸਤ, ਬਣੀ ਨੋ ਇਨਸਾਨ ਦੇ ਦੋਸਤ ਅਤੇ ਮਦਦਗਾਰ ਹਨ। ਆਪ ਜੀ ਦਾ ਲੰਗਰਖਾਨਾ ਹਰ ਵਕਤ ਖੁੱਲ੍ਹਾ ਹੈ। ਹਿੰਦੂ, ਮੁਸਲਮਾਨ, ਸਾਧੂ, ਗ੍ਰਹਿਸਤੀ, ਫਕੀਰ ਹਰ ਕੋਈ ਬਿਨਾਂ ਜਾਤ ਪਾਤ ਦੀ ਰੋਕ ਟੋਕ ਦੇ ਖਾਣਾ ਮੁਫਤ ਪਾਉਂਦਾ ਹੈ। ਅਕਬਰ ਨੇ ਫਰਿਆਦ ਨਾ ਮਨਜ਼ੂਰ ਕੀਤੀ ਅਤੇ ਅਕਬਰ ਦਾ ਰੁਖ ਦੇਖ ਕੇ ਅਹਲੰਕਾਰਾਂ ਧੱਕੇ ਮਾਰ ਕੇ ਦੋਹਾਂ ਨੂੰ ਬਾਹਰ ਕੱਢਿਆ। ਇਹ ਹੁਣ ਜਿੱਥੇ ਜਾਂਦੇ ਲੋਕੀ ਫਿਟਕਾਰਾਂ ਪਾਉਂਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਦੋਵੇਂ ਗਏ, ਪਰ ਉਹਨਾਂ ਨੇ ਵੀ ਮੂੰਹ ਨਾ ਲਾਇਆ। ਵਹੁਟੀ ਅਤੇ ਭਤੀਜਿਆਂ ਨੇ ਮਸਾਂ ਟਿਕਾਣਾ ਦਿੱਤਾ, ਪਰ ਹੁਣ ਕਿਸੇ ਪਾਸੇ ਵੀ ਮੂੰਹ ਦਿਖਾਉਣ ਜੋਗਾ ਮਰਵਾਹ ਦਾ ਪੁੱਤ ਨਹੀਂ ਰਿਹਾ ਸੀ। ਵਾਹਿਗੁਰੂ ਨੇ ਆਪ ਹੀ ਇਹ ਨਿਆਂ ਕਰਾ ਦਿੱਤਾ। ਨਿੰਦਕ ਵੀ ਕੁਝ ਚਿਰ ਲਈ ਚੁੱਪ ਹੋ ਗਏ। ਗੁਰੂ ਰਾਮਦਾਸ ਜੀ ਨੇ ਇਸ ਸਾਰੀ ਵਾਰਤਾ ਨੂੰ ਗੌੜੀ ਦੀ ਵਾਰ ਵਿੱਚ ਹੀ ਅੰਕਿਤ ਕੀਤਾ। ਸ਼ਲੋਕ ਦੇ ਸ਼ਬਦ ਹਨ: ਮਲਜੂਈ ਭਰਿਆ ਨੀਲਾ ਕਾਲਾ ਖਿਤੋਲੜਾ, ਤਿੰਨ ਵੇਮੁਖ ਵੇਮੁਖੈ ਨੌ ਪਾਇਆ, ਪਾਸ ਨ ਦੇਈ ਕੋਈ ਬਹਿਣ ਜਗਤ ਮਹਿ, ਗੁਹੂ ਪੜ ਸਗਵੀ ਮਲ ਲਾਏ ਮਨਮੁਖ ਆਇਆ, ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖ ਕਰਕੇ ਭੇਜਿਆ, ਉਥੇ ਪੀ ਮੋਹ ਕਾਲਾ ਦੋਹਾਂ ਵੇਮੁਖਾਂ ਦਾ ਕਰਾਇਆ। ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਵੇਮੁਖ ਸਣੇ ਨਫਰੇ ਪੌਲੀ ਪਾਉਂਦੀ, ਫਾਵਾ ਹੋਏ ਕੇ ਉੱਠ ਕਰ ਆਇਆ, ਅੱਗੇ ਸੰਗਤੀ ਕੁੜਮੀ ਵੇਮੁਖ ਰਲਣਾ ਨਾ ਮਿਲੇ, ਤਾਂ ਵਹੁਟੀ ਭਤੀਜੀ ਫਿਰ ਆਣ ਘਰ ਪਾਇਆ, ਹਲਤ ਪਲਤ ਦੋਵੇਂ ਗਏ ਨਿੱਤ ਭੁੱਖਾ ਕੂਕੇ ਤਿਹਾਇਆ। ਇਹ ਵੀ ਚੇਤਾ ਰੱਖਣ ਵਾਲੀ ਗੱਲ ਹੈ ਕਿ ਇਸ ਸ਼ਲੋਕ ਤੋਂ ਪਹਿਲਾਂ ਜੋ ਗੌੜੀ ਕੀ ਵਾਰ ਮਹੱਲਾ ਚੌਥਾ ਵਿੱਚ ਸ਼ਲੋਕ ਦਰਜ ਹੈ, ਉਹ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੂ ਭਲਕੇ ਉੱਠ ਹਰ ਨਾਮ ਧਿਆਵੇ ਦੀ ਮਰਿਆਦਾ ਦਰਸਾਉਣ ਵਾਲਾ ਹੈ। ਇਸ ਤੋਂ ਪਹਿਲਾਂ ਤਪੇ ਦੀ ਈਰਖਾ ਦਾ ਸਾਰਾ ਵਿਰਤਾਂਤ ਦਿੱਤਾ ਹੈ, ਜੋ ਦਰਸਾਉਂਦਾ ਹੈ ਕਿ ਅਸਲ ਸ਼ਿਕਾਇਤ ਦਾ ਕਾਰਨ ਨਵੀਂ ਮਰਿਆਦਾ ਆਰੰਭ ਹੋਣਾ ਸੀ। ਬ੍ਰਾਹਮਣਾਂ ਤੇ ਸਨਾਤਨੀ ਹਿੰਦੂਆਂ ਦੀ ਪੁਕਾਰ। ਜ਼ਮੀਨ ਤੋਂ ਬੇਦਖਲ ਕਰਾਉਣ ਵਿੱਚ ਜਦ ਕਿਸੇ ਪਾਸਿਓਂ ਸਫਲਤਾ ਨਾ ਮਿਲੀ ਤਾਂ ਬ੍ਰਾਹਮਣਾਂ ਨੇ ਸਨਾਤਨੀ ਹਿੰਦੂਆਂ ਨਾਲ ਰਲ ਕੇ ਇੱਕ ਮਹਿਜਰਨਾਮਾ ਤਿਆਰ ਕੀਤਾ, ਜਿਸ ਦਾ ਮੁੱਖ ਧੁਰਾ ਸੀ ਗੁਰੂ ਅਮਰਦਾਸ ਜੀ ਪੁਰਾਤਨ ਰੀਤਾਂ, ਸ਼ਾਸਤਰੀ ਰਿਵਾਜਾਂ ਅਤੇ ਵੈਦਿਕ ਰਸਮਾਂ ਨੂੰ ਤਲਾਜਲੀ ਦੇ ਕੇ ਹਿੰਦੂ ਧਰਮ ਤੇ ਸੱਟ ਮਾਰ ਰਹੇ ਹਨ। ਨਵਾਂ ਪੰਥ ਚਲਾ ਲਿਆ ਹੈ, ਵਰਨ ਜਾਤ ਦਾ ਭੇਦ ਮਿਟਾ ਦਿੱਤਾ ਹੈ, ਇੱਕ ਦੇਗ ਤੇ ਇੱਕੋ ਥਾਂ ਬਿਠਾ ਕੇ ਲੰਗਰ ਛਕਾ ਰਹੇ ਹਨ, ਬ੍ਰਾਹਮਣ ਦੀ ਉੱਚਤਾ ਵੀ ਨਹੀਂ ਮੰਨਦੇ, ਧਰਮ ਨਸ਼ਟ ਹੋ ਰਿਹਾ ਹੈ। ਪੰਥ ਨਵੀਨ ਪ੍ਰਕਾਸ਼ਨ ਕਰਿਓ, ਭੇਦ ਵਰਨ ਜਾਤੀ ਪਰ ਹਰਿਓ, ਚਤੁਰ ਵਰਨ ਇੱਕ ਦੇਗ ਆਹਾਰਾ, ਇੱਕ ਸਮ ਸੇਵੇ ਧਰ ਔਰ ਪਿਆਰਾ, ਅਬ ਦਿਜ ਕੋ ਨਹਿ ਮਾਹਨੇ ਕੋਈ, ਖੱਤਰੀ ਧਰਮ ਨਸ਼ਟ ਸਭ ਹੋਈ। ਤੀਰਥਾਂ ਦਾ ਸਤਿਕਾਰ ਵੀ ਤੋੜ ਦਿੱਤਾ ਹੈ, ਗੰਗਾ ਗਾਇਤਰੀ ਨਹੀਂ ਮੰਨਦੇ, ਸਦੀਆਂ ਤੋਂ ਚੱਲੀ ਆ ਰਹੀ ਮਰਿਆਦਾ ਤੋੜ ਭੰਨ ਦਿੱਤੀ ਹੈ। यह गंगा गायत्री नहीं जाने, अपना किया आप ही माने, बादशाह सब धर्म दा राखा है, उन्हां नूं इंसाफ दिलाया जाए। अकबर जो 1566 ਵਿੱਚ ਮੁਹੰਮਦ ਹਕੀਮ ਮਿਰਜ਼ਾ ਦੀ ਬਗਾਵਤ ਦਬਾਉਣ ਲਈ ਲਾਹੌਰ ਆਇਆ ਹੋਇਆ ਸੀ ਅਤੇ ਹੁਣ ਜਿੱਤ ਦੀਆਂ ਖੁਸ਼ੀਆਂ ਲਾਹੌਰ ਵਿਖੇ ਮਨਾ ਰਿਹਾ ਸੀ, ਪਾਸ ਇਹ ਸ਼ਿਕਾਇਤਾਂ ਰੱਖੀਆਂ ਗਈਆਂ। ਅਕਬਰ ਨੇ ਪਰਵਾਨਾ ਭੇਜਿਆ ਕਿ ਬ੍ਰਾਹਮਣਾਂ ਸ਼ਿਕਾਇਤਾਂ ਕੀਤੀਆਂ ਹਨ, ਭਲਾ ਸਮਝੋ ਤਾਂ ਉੱਤਰ ਦੇਵੋ, ਨਹੀਂ ਤੇ ਕਿਸੇ ਨੂੰ ਭੇਜ ਦਿਓ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਪਾਸ ਬੁਲਾ ਕੇ ਕਿਹਾ,
कि किसे तो भै नहीं खाना अते जो पुछे उसकी तसल्ली कराउणी। काहू को मन भै नहीं करना, जो पूछे उत्तर दे मन भरना। वेदां अते शास्त्रां दे करता भी तुहाडे तुल नहीं हन। भाई जेठा जी ने कहा कि आप दे प्यार अते बख्शिश सदका कोई खायक कुछ नहीं बिगाड़ सकेगा। भाई जेठा जी लाहौर पुज के चूना मंडी अपने जन्म स्थान वाले थां ते गए। अकबर दरबार सुनेहा घल दिता। अकबर ने बड़े आदर नाल दरबार हाजिर होने लई हरकारा भेजा। ब्राह्मण भी इकट्ठे हो गए सन। उन्हां अपने इल्जाम दोहराए कि इन्हां गायत्री गंगा, त्रैकाल संध्या, संस्कृत वेद बाणी, शास्त्र रीति, वेद रस्मां ते मूर्ति पूजा छड्ड दित्ती है। भाई जेठा जी ने सब तो पहलां निझक्क हो के दरबार विखे एक ओंकार दी धुनी अति सुरीली आवाज़ विच उचारी। चारे पासे ही शांति छा गई, सुचता दा वातावरण पैदा हो गया। फिर आप जी ने हर उठाई तर्क दा उत्तर दिंदे होए फरमाया, इन्हां लोकां ने ओंकार नूं 3 हिस्सिਆਂ ਵਿੱਚ ਵੰਡ ਦਿੱਤਾ है ਅਤੇ फिर 3 देवते बना के पूजा शुरू कर ਦਿੱਤੀ है। गुरु नानक दा मत एक अल्लाह वाहिद ला शरीक दी पूजा दसदा है, इस लई ਉਹਨੂੰ एक ओंकार बनाया है। गायत्री नूं केवल द्विज ब्राह्मण खत्री वैश्य जप करते हैं, पर गुरु नानक ने वाहिगुरु मंत्र दिता है जो सर्व साझा है। फिर गायत्री केवल सूरज दी ही पूजा दी लिखायक है, पर गुरु नानक ने 100 दर दी सोझी दिती है। जिथे कई सूरज चंद सिर झुका रहे हैं, दूजे अपने बोली लोकी छेती समझ लेंदे हैं, इसलिए सब सच्चाइयां दा प्रचार अपनी ही बोली विच कीता है। बाणी खसम की बाणी है। सर्व सधारण मनुखां ते खलक दे लाभ ही गुरु पातशाह ने यह राह अपनाया है। तीजे तीर्थ महापुरुषां दे तप करके पवित्र होए हैं। हुण तीर्थां दी हालत यह है, हर के संतां नूं मार भजाया जाता है। इसलिए गुरु साहिबान ने परमेश्वर दे नाम दा तप दिता है। जिथे नाम होवेगा ओह थां पवित्र हो जाएगी। चौथे जात पात एक श्रेणी दा जूला पक्का करन लई है। गुरु नानक जात पात जन्म तो ही नहीं मानते, कर्म तो मानते हैं। जन्म तो जात मनण नाल दिल विच नफरत उपजदी है। गुरु जी दिलां विच अल्लाह नाल प्रेम अते अल्लाह दी रची दुनिया नाल प्रेम सिखाल रहे हैं। गुरु अमरदास जी एक अल्लाह दी निराली भगती दृढ़ करा रहे हैं, जिस द्वारा एक दूजे नाल प्यार तां बनदा ही है, सगों जीवन भी खेड़े वाला हो जाता है। हर वेले बसंत बहार बनी रहिंदी है। पंजवें हिंदू त्रैकाल संध्या मानदा है। साडे विच मूल वस्तु हर वेले साईं दे हजूर विच रहना है अते उसदी हजूरी दा स्वाद मानना है। इस नूं नाम कहा है। मूर्ति पूजा असीं नहीं करदे, खुदा नूं हर थां व्यापक समझदे हां। बुत पत्थर है, निर्जिंद है। बुत प्रस्ती असल विच बोधियां दी शै है। ओह व्यापक वाहिगुरू दे उपासक ना होण कारण अपने बजुर्ग दी मूर्ति नाल प्रेम करते हैं। जिन्हां पास जाहरा जहूर हाजरा हजूर अल्लाह है, उन्हां नूं मूर्ति पूजा दी की लोड़। यह सुनना सी कि सब शांत हो गए अते किसे दे मूँहों कोई गल ही ना निकले। भए लोक शीतल गात कहनी न आवे बात। अकबर ने फैसला सुनाउंदे होए कहा कि यह दरवेश फकर मौला दी ही जात हुंदे हन, इन्हां नाल चर्चा करनी ही नहीं शोभदी। मौला ते वली दा कोई भेद नहीं हुंदा। वेद पाठ तां संसारी रीत हुंदी है, यह वेदां तो उच्चे हुंदे हन। यह फकर मौला जात नहीं चले इनसे बात, मौला वली नहीं भेद क्या होए पढ़िया बेद। गुर सिख भेद नाही सब शिकायती, झूठे कर घर भेजे अते अकबर ने दर्शनां दी चाह प्रगटाई। गुरु रामदास जी 2 दिन होर लाहौर ठहर के वापस मुड़े। लाहौर विच बेमौसमी अंब देख के गुरु चरनां ते भेंट करन लई खरीद लिया। भैरोवाल तक पुजे सन कि ता लगा अते अंब दा रस चोण लग पिया। भाई जेठा जी ने गुरु जी दा ध्यान करके चूप लिया। गुरु ते सिख उत्पोत हन, गुरु चेले दा कोई अंतर नहीं। जोत तां ओह है, जुगत ही वखरी है। साडा इतिहास कहता है कि गुरु अमरदास जी नूं पूर्ण रस आया सी। भाई जेठा जी ने
ਗੁਰੂ ਜੀ ਨੂੰ ਲਾਹੌਰ ਵਿੱਚ ਵਾਪਰੀ ਸਾਰੀ ਘਟਨਾ ਦਾ ਵੇਰਵਾ ਦਿੱਤਾ ਅਤੇ ਜਦ ਗੁਰੂ ਜੀ ਨੇ ਪੁੱਛਿਆ ਕਿ ਲਾਹੌਰ ਤੋਂ ਭੇਟਾ ਉਚੇਚੀ ਜੋ ਲਿਆਏ ਸੋ ਉਹ ਵੀ ਦੇਵੋ, ਤਾਂ ਆਪ ਜੀ ਨੇ ਸਾਰਾ ਵਰਤਾਂਤ ਸੁਣਾਇਆ ਕਿ ਜਦ ਅੰਬ ਦਾ ਰਸ ਚੋਣ ਲੱਗ ਪਿਆ ਤਾਂ ਆਪ ਜੀ ਦਾ ਧਿਆਨ ਧਰ ਕੇ ਨਿਜ ਮੁਖ ਪਾਇਆ, ਸੰਕ ਨਾ ਕਰਾਂ। ਗੁਰੂ ਜੀ ਨੇ ਵੀ ਕਿਹਾ, ਜੋ ਤੁਸੀਂ ਪ੍ਰੀਤ ਕਰਕੇ ਆਪ ਖਾਧਾ ਹੈ ਉਹ ਮੈਨੂੰ ਪੁੱਜ ਗਿਆ ਹੈ। ਸਤਿਗੁਰ ਨਿਤ ਭਾਉ ਅਧੀਨਾ ਹੈ, ਜੋ ਪ੍ਰੇਮ ਖੇਲ ਸਤਿਗੁਰ ਸੇ ਖੇਲੇ, ਤਾਕੋ ਨਿਜ ਪਦ ਸਤਿਗੁਰ ਮੇਲੇ। ਆਮਦ ਅਕਬਰ ਗੋਇੰਦਵਾਲ। ਜਲਾਲੂਦੀਨ ਅਕਬਰ ਜਦ 1556 ਈਸਵੀ ਵਿੱਚ ਤਖਤ ਤੇ ਬੈਠਾ ਤਾਂ ਉਸ ਦੀ ਕੁੱਲ ਆਯੂ 13 ਸਾਲ 9 ਮਹੀਨੇ ਦੀ ਸੀ। ਬੈਰਮ ਖਾਂ ਉਸ ਦਾ ਸਰਬਰਾਹ ਸੀ। ਬੈਰਮ ਖਾਂ ਦੀ ਅਗਵਾਈ ਹੇਠਾਂ ਹੀ ਉਸ ਹੀਮੂ ਨੂੰ ਪਾਣੀਪਤ ਵਿਖੇ ਪਛਾੜਿਆ, ਸਿਕੰਦਰ ਸ਼ਾਹ ਸੂਰ ਨੂੰ ਹਰਾਇਆ ਅਤੇ ਲਾਹੌਰ ਦੇ ਨਵਾਬ ਅਬੁਲ ਮੁਆਲੀ ਨੂੰ ਹਟਾ ਕੇ ਖਿਜਰ ਖਾਨ ਨੂੰ ਨਵਾਬੀ ਸੌਂਪੀ। ਬੈਰਮ ਖਾਂ ਰਾਜ ਪ੍ਰਬੰਧ ਤੱਕ ਹੀ ਸੀਮਤ ਰਹਿੰਦਾ ਤਾਂ ਸ਼ਾਇਦ ਅਕਬਰ ਉਸ ਨੂੰ ਇੰਨੀ ਛੇਤੀ ਨਾ ਟੋਕਦਾ, ਪਰ ਉਸ ਨੇ ਨਿੱਜੀ ਮਾਮਲਿਆਂ ਵਿੱਚ ਵੀ ਦਖਲ ਦੇਣਾ ਸ਼ੁਰੂ ਕਰ ਦਿੱਤਾ ਸੀ। ਜਿਵੇਂ ਮੁੱਲਾ ਪੀਰ ਮੁਹੰਮਦ ਨੂੰ ਹਟਾ ਕੇ ਆਪਣਾ ਬੰਦਾ ਨਿਯੁਕਤ ਕਰ ਦਿੱਤਾ। ਅਕਬਰ ਨੂੰ ਇਹ ਨਾ ਪਾਇਆ ਅਤੇ ਉਸਨੇ ਬੈਰਮ ਖਾਂ ਨੂੰ ਮੀਰ ਅਬਦੁਲ ਲਤੀਫ ਹੱਥ ਸੁਨੇਹਾ ਭੇਜਿਆ। ਹੁਣ ਤੱਕ ਮੁੱਢਲੀ ਵਿੱਦਿਆ ਗ੍ਰਹਿਣ ਕਰਨ ਅਤੇ ਸਿਖਾਉਣ ਵਿੱਚ ਰੁੱਝਿਆ ਹੋਇਆ ਸਾਂ। ਮੇਰੀ ਮਰਜ਼ੀ ਅਨੁਸਾਰ ਹੀ ਤੁਸੀਂ ਕੰਮ ਕਰਦੇ ਰਹੇ। ਹੁਣ ਮੈਂ ਇਸ ਯੋਗ ਹਾਂ ਕਿ ਰਾਜ ਕਾਜ ਨੂੰ ਸੰਭਾਲ ਸਕਾਂ, ਸੋ ਤੁਸਾਂ ਨੂੰ ਆਪਣੇ ਆਪ ਹੀ ਪਿੱਛੇ ਹਟ ਜਾਣਾ ਚਾਹੀਦਾ ਹੈ ਅਤੇ ਮੱਕਾ ਜਾ ਕੇ ਜ਼ਿੰਦਗੀ ਦੇ ਬਾਕੀ ਦਿਨ ਇਬਾਦਤ ਵਿੱਚ ਗੁਜ਼ਾਰਨੇ ਚਾਹੀਦੇ ਹਨ। ਬੈਰਮ ਖਾਂ ਕੁਝ ਦੇਰ ਅੜਿਆ, ਪਰ ਫਿਰ ਫਰਿਸ਼ਤਾ ਦੇ ਕਹਿਣ ਅਨੁਸਾਰ ਗਲ ਵਿੱਚ ਪੱਲੂ ਪਾ ਕੇ ਮਾਫ਼ੀ ਮੰਗੀ। ਅਕਬਰ ਨੇ ਅੰਪੂ ਉਠਾ ਕੇ ਸੱਜੇ ਪਾਸੇ ਬਿਠਾਇਆ ਅਤੇ ਮੱਕਾ ਜਾਣ ਦਾ ਸਾਰਾ ਖਰਚਾ ਦਿੱਤਾ, ਪਰ ਰਾਹ ਵਿੱਚ ਹੀ ਕਿਸੇ ਦੁਸ਼ਮਣ ਨੇ ਜਾਨੋਂ ਮਾਰ ਦਿੱਤਾ। ਅਕਬਰ ਦੀ ਉਮਰ ਉਸ ਸਮੇਂ 18 ਸਾਲ ਦੀ ਸੀ। ਫਿਰ 5 ਸਾਲ ਹੋਰ ਉੱਠੀਆਂ ਬਗਾਵਤਾਂ ਅਤੇ ਉਪਦਰਾਂ ਨੂੰ ਮਿਟਾਉਣ ਅਤੇ ਦਬਾਉਣ ਵਿੱਚ ਹੀ ਲੱਗ ਗਏ। ਅਕਬਰ ਪਹਿਲੇ ਸਾਲਾਂ ਵਿੱਚ ਬਹੁਤ ਹੀ ਤੰਗ ਖਿਆਲੀਆ ਸੀ। ਮਾਂ ਇਹ ਵਿਚਾਰ ਉਸਦੇ ਦਿਮਾਗ ਵਿੱਚ ਭਰਦੀ ਰਹਿੰਦੀ ਸੀ ਕਿ ਜੇ ਜਰਾ ਵੀ ਸ਼ਰਾਹ ਦੇ ਉਲਟ ਹੋਇਆ ਤਾਂ ਨਰਕਾਂ ਦਾ ਭਾਗੀ ਹੋਵੇਗਾ। ਇੱਥੋਂ ਤੱਕ ਕਿ ਇੱਕ ਵਾਰੀ ਜਦ ਮੁੱਲਾ ਅਬਦੁਲ ਨਬੀ ਨੇ ਇਸ ਦੀ ਲੱਤ ਤੇ ਸੋਟੀ ਮਾਰੀ ਕਿ ਉਸ ਨੇ ਜੋਧਾ ਬਾਈ ਕੋਲੋਂ ਤਿਲਕ ਲਵਾਇਆ ਹੈ, ਤਾਂ ਮਾਂ ਨੇ ਕਿਹਾ ਕਿ ਜਿਸ ਲੱਤ ਤੇ ਮੁੱਲਾ ਨੇ ਸੋਟੀ ਮਾਰੀ ਹੈ ਉਹ ਜੰਨਤ ਵਿੱਚ ਜਾਏਗੀ। ਮੁੱਲਾ ਨਬੀ ਨੇ ਕਈ ਮੰਦਰ ਵੀ ਢਾਹ ਗਿਰਾਏ ਸਨ। ਜਦ ਅਕਬਰ ਨੂੰ ਮੁਬਾਰਕ ਤੇ ਫਿਰ ਉਸਦੇ ਪੁੱਤਰਾਂ ਅਬੁਲ ਫਜ਼ਲ ਅਤੇ ਫੈਜੀ ਭਰਾਵਾਂ ਦੀ ਸੰਗਤ ਮਿਲੀ ਤਾਂ ਇਹ ਖੁੱਲ੍ਹ ਖਿਆਲੀਆ ਹੋਇਆ। ਫਿਰ ਇਸੇ ਅਬੁਲ ਨਬੀ ਨੂੰ ਫਾਂਸੀ ਦਿੱਤੀ ਗਈ। ਅਕਬਰ ਹੁਣ ਦਰਵੇਸ਼ਾਂ ਦੀ ਸੰਗਤ ਕਰਦਾ, ਵਿਚਾਰ ਸੁਣਦਾ ਅਤੇ ਵਿਚਾਰਾਂ ਹੁੰਦੀਆਂ ਐਸੀ ਟੂਕ ਦੇ ਜਾਂਦਾ ਜਿਸ ਤੇ ਪ੍ਰਗਟ ਹੁੰਦਾ ਸੀ ਕਿ ਉਹ ਨੁਕਤਾ ਸਮਝ ਰਿਹਾ ਹੈ। ਚਿਹਰਾ ਪੜ੍ਹ ਕੇ ਸੁਭਾਅ ਤੇ ਕਰਮ ਜਾਣਨ ਦੀ ਵਿੱਦਿਆ ਉਸ ਨੂੰ ਆਉਂਦੀ ਸੀ। ਅਰਬੀ ਉਸ ਹਟਾ ਦਿੱਤੀ ਸੀ, ਫਾਰਸੀ ਰਾਜ ਬੋਲੀ ਕਰਾਰ ਦਿੱਤੀ ਸੀ। ਪਹਿਲਾਂ ਕਰਮੀ ਤੇ ਫਿਰ ਜਜ਼ੀਆ ਵੀ ਹਟਾ ਦਿੱਤਾ। ਬਦਾਊਨੀ ਵਰਗਾ ਉਸਦਾ ਵਿਰੋਧੀ ਇਤਿਹਾਸਕਾਰ ਵੀ ਇਹ ਲਿਖਣ ਤੋਂ ਸੰਕੋਚ ਨਹੀਂ ਕਰਦਾ ਕਿ ਹਰ ਰੋਜ਼ ਅੰਮ੍ਰਿਤ ਵੇਲੇ ਕੋਈ ਵੀ ਉਸ ਨੂੰ ਸਿਜਦੇ ਵਿੱਚ ਵੇਖ ਸਕਦਾ ਸੀ। ਦਰਵੇਸ਼ਾਂ ਦੀ ਸੰਗਤ ਵਿੱਚ ਕਈ ਪਹਿਰ ਉਹ ਬਗੈਰ ਕੁਝ ਖਾਏ ਗੁਜ਼ਾਰ ਦਿੰਦਾ ਸੀ। ਪੱਗ ਪਿਆਦਾ ਚੱਲ ਆਇਆ ਗੁਰਪਾਸ। 1566 ਵਿੱਚ ਲਾਹੌਰ ਤੋਂ ਵਾਪਸ ਦਿੱਲੀ ਜਾਂਦੇ ਹੋਏ ਅਕਬਰ ਗੁਰੂ ਦਰਸ਼ਨਾਂ ਨੂੰ ਗੋਇੰਦਵਾਲ ਆਇਆ। ਉਸਦੀ ਉਮਰ 14 ਕੁ ਸਾਲ ਦੀ ਸੀ। ਗੁਰੂ ਨਾਨਕ ਜੀ ਦੀ ਮਹਿਮਾ ਤੋਂ ਉਹ ਜਾਣੂ ਸੀ ਅਤੇ ਹੁਣ ਭਾਈ ਜੇਠਾ ਜੀ ਕੋਲੋਂ ਗੁਰੂ ਅਮਰਦਾਸ ਜੀ ਦੀ ਮਹਾਨ ਸ਼ਖਸੀਅਤ ਬਾਰੇ ਸੁਣ ਚੁੱਕਾ ਸੀ। ਅਕਬਰ ਨੇ ਰਾਜ ਦਰਬਾਰ ਵਿੱਚ ਇਹ ਵੀ ਕਿਹਾ ਸੀ, ਵੋ ਮੌਲਾ ਕੀ ਜਾਤ ਹੈ, ਭੇਦ ਭਰਮ ਕੁਛ ਨਾਹ, ਜੋ ਕੋਈ ਰੀਸ ਤਾਂ ਕੀ ਕਰੇ, ਤਾਂ ਪਰ ਬੜਾ ਗੁਨਾਹ। ਟੋਡਰ ਮੱਲ ਨੇ ਵੀ ਅਕਬਰ ਨੂੰ ਕਿਹਾ ਸੀ ਕਿ ਗੁਰੂ ਅਮਰਦਾਸ ਜੀ ਨੂੰ ਰਵ ਸਮ ਜਾਣਤ ਸਭ ਹੈ। ਅਕਬਰ ਲਸ਼ਕਰ ਸਮੇਤ ਜਾ ਰਿਹਾ ਸੀ। ਗੋਇੰਦਵਾਲ ਨੇੜੇ ਹੋ ਕੇ ਨੰਗੇ ਪੈਰੀਂ ਹੋ ਗਿਆ। ਕੁਝ ਮੁਹਾਸਿਬਾਂ, ਖੁਸ਼ਾਮਦੀਆਂ ਅਤੇ ਅਲੰਕਾਰਾਂ ਨੇ ਰੇਸ਼ਮੀ ਕੱਪੜਾ ਵਿਛਾਇਆ ਹੋਇਆ ਸੀ। ਅਕਬਰ ਨੇ ਜਦ ਕੱਪੜਾ ਵਿਛਿਆ ਦੇਖਿਆ ਤਾਂ ਮਹਿਮਾ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਅਕਬਰ ਸੁਜਾਨ ਤਾਹਾਂ ਪੱਗ ਨਹੀਂ ਧਰਾਂ, ਨਿਜ ਹਾਥ ਉਠਾਏ ਕਿਨਾਰੇ ਕਰਾਂ, ਪੱਗ ਪਿਆਦਾ ਚੱਲ ਆਇਆ ਗੁਰਪਾਸ, ਦੇਖਾਂ ਦਰਸ਼ਨ ਜੋਤ ਪ੍ਰਕਾਸ਼। ਸੂਰਜ ਪ੍ਰਕਾਸ਼ ਨੇ ਵੀ ਇਹ ਹੀ ਲਿਖਿਆ ਹੈ ਕਿ ਜਦ ਸ਼ਾਹ ਨੇ ਕੱਪੜਾ ਵਿਛਾਇਆ ਤੱਕਿਆ ਤਾਂ ਉੱਪਰ ਪੈਰ ਨਹੀਂ ਰੱਖਿਆ, ਆਪਣੇ ਹੱਥ ਨਾਲ ਲਾਂਭੇ ਕਰ ਦਿੱਤਾ। ਨਿਮਰਤਾ ਧਾਰ ਗੁਰੂ ਦੇ ਦਰਸ਼ਨ ਨੂੰ ਆਇਆ। ਸੁਭ ਮਤ ਸਾਹ ਬਿਲੋਕਣ ਕਰਿਓ,
ऊपर पाँव ना तिसके धरियो, निज करते उठाए निर्वारे, गमनेयो गन निमरता धारे। लंगर विच प्रसाद छक के गुरु दर्शनां नूं आया ते नूरानी चेहरा देख चरनी ढट्ठा। झाल ना झल सकिया ते पुछ ही बैठा कि आप जी की खांदे हो, कि चेहरे ते इतना जलाल है। महाराज ने मंद मंद मुस्कुरा के कहा कि यह खाण नाल नहीं, यह याद हक फल है, अल्लाह दी याद दा यह मिठा फल है। फिर भी उस उगरे दे प्रसाद दी इच्छा प्रगट कीती। छकदे छकदे 36 पदार्थां दा स्वाद उसनूं आया। बड़े गौर नाल गुरु विचारां सुणदा रहा। कनिंगम दा कथन है कि गुरु जी ने सहनशील अकबर विच शरधावान ਸਰੋਤਾ पाया। अकबर टिकटिकी लगाए गुरु जी वाल देखदा ही रहा। चारे पासे ऐसा आत्मक आनंद खिलरिया देख के अकबर अचंभित ही रह गया। आग्या लैण तो पहलां अकबर ने ख्वाहिश प्रगट की कि अब मेरा कबूल कुछ कीजे, जां ते मोह को शांत भतीजे। गुरु जी ने फरमाया, सब कुछ प्रभु दा दिता है, अटुट भंडार हैन, खांदियां खर्चदियां तोट नहीं आउंदी। दिए गुरु ने अटुट भंडार, खर्चत खावत पाए न पार। बंसावाली नामे दी भी गवाही है। डेरा आया गोइंदवाल, अकबर सुनिया फकीर है, इत्थे मस्त हवाल। गुरु अमरदास को देखण आया, कहा जी फकीर साईं कुछ कहो फरमाया। बचन कीता चाह किछ नहीं हमारे। अकबर ने हुण बहुत ही जोर लगाया। 12 पिंडां दे पटे लिखवा गुरु दे चरनां ते चढ़ाए। ਉਹ ਪਟੇ ਸਿੱਖ ਇਤਿਹਾਸ ਕਹਿੰਦਾ ਹੈ ਇੱਕ ਆਲੇ ਵਿੱਚ ਹੀ ਪਏ ਰਹੇ, ਗੁਰੂ ਜੀ ਨੇ ਕਦੇ ਨਹੀਂ ਵਰਤੇ। ਕੀਨੋ ਨਹਿ ਕਬੂਲ ਗੁਰ ਯਦਯਮ ਤਦਯਮ ਸ਼ਾਹੇ ਦੇ ਗਿਓ। ਸਦਾ ਮਿਹਰ ਦੀ ਨਜ਼ਰ ਰੱਖਣੀ, ਇਹ ਯਾਚਨਾ ਕਰਦੇ ਹੋਏ ਅਕਬਰ ਨੇ ਆਗਿਆ ਲਈ। ਇਤਨਾ ਪ੍ਰਭਾਵ ਪਿਆ ਸੀ ਕਿ ਅਕਬਰ ਤੇ ਕੀ। ਬੂਟੇ ਸ਼ਾਹ ਕਹਿੰਦਾ ਹੈ ਕਿ ਅਕਬਰ ਹਰ ਵਿਸਾਖੀ ਨੂੰ 1,20,000 ਰੁਪਇਆ ਗੋਇੰਦਵਾਲ ਅਰਦਾਸ ਕਰਨ ਲਈ ਭੇਜਦਾ ਸੀ। ਭਾਗ 10ਵਾਂ ਥਾਪਣਾ ਮੰਜੀਆਂ ਦੀ ਅਤੇ ਕੁਝ ਹੋਰ ਪ੍ਰਸਿੱਧ ਸਿੱਖ। ਮੰਜੀਆਂ ਦੀ ਥਾਪਣਾ। ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਜਿਵੇਂ ਬਾਦਸ਼ਾਹ ਅਕਬਰ ਨੇ ਆਪਣੇ ਸਾਰੇ ਦੁਸ਼ਮਣਾਂ ਨੂੰ ਮਾਰ ਹਟਾ ਕੇ ਰਾਜ ਪ੍ਰਬੰਧ ਨੂੰ ਮਜ਼ਬੂਤ ਅਤੇ ਚੰਗਾ ਚੱਲਣ ਲਈ 22 ਸੂਬੇ ਬਣਾਏ, ਤਿਵੇਂ ਗੁਰੂ ਅਮਰਦਾਸ ਜੀ ਨੇ ਸਿੱਖੀ ਨੂੰ ਪੱਕਿਆ ਦ੍ਰਿੜ ਕਰਾਉਣ ਅਤੇ ਧਰਮ ਚਲਾਉਣ ਲਈ 22 ਮੰਜੀਆਂ ਥਾਪੀਆਂ। जैसे अकबर शाह 22 सूबे कीन आह, रैयत बचायो चाह अरगन घाई के, तैसे 22 सिखण को मंजियां बख्श, कीनी गुरसिखी बिरदावान उपाय के। एक होर उदाहरण देंदे भाई साहिब ਕਹਿੰਦੇ ਹਨ ਕਿ ਜਿਵੇਂ ਕੋਈ ਧਨੀ ਵਪਾਰੀ ਆਪਣਾ ਵਪਾਰ ਵੱਧ ਜਾਣ ਤੇ ਥਾਂ ਥਾਂ ਕੋਠੀਆਂ ਬਣਾਉਂਦਾ ਅਤੇ ਗੁਸ਼ਾਮਤੇ ਨੀਅਤ ਕਰਦਾ ਹੈ, ਤਿਵੇਂ ਹੀ ਗੁਰੂ ਜੀ ਨੇ ਨਾਮ ਧਨ ਦਾ ਖਜ਼ਾਨਾ ਵੰਡਣ ਲਈ ਅਤੇ ਨਾਮ ਦੇ ਵਪਾਰ ਲਈ ਧਰਮ ਵਿੱਚ ਪੱਕੇ ਭਗਤ ਜਨਾਂ ਨੂੰ ਨਿਯੁਕਤ ਕੀਤਾ। ਜੈਸੇ ਕੋ ਧਨੀ ਘਣੀ ਕੋਠੀਆਂ ਰਚਾਏ ਨਿਜ, ਬਣਜ ਬਚਾਵਤ ਗੁਮਾਸ਼ਤੇ ਬਿਠਾਈ ਕੇ, ਤੈਸੇ ਗੁਰ ਧਰਮ ਧੁਰੀਨ ਕੀਨ ਚਿੰਨ ਚਿੱਤ, ਦੀਨ ਹਰ ਭਗਤ ਮੈਂ ਭਗਤ ਲਗਾਈ ਕੇ। ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ, ਸੱਚੇ ਪਾਤਸ਼ਾਹ ਬਾਦਸ਼ਾਹ ਦੇ 22 ਸੂਬੇ, 52 ਬਾਵਣੀਆਂ, 70 ਖਾਨ, 72 ਓਮਰਾਵ ਹੋਤੇ हैं। ਇਹ ਸੰਕੇਤ ਸੀ ਕਿ ਸੱਚੇ ਪਾਤਸ਼ਾਹ ਵੀ ਸਿੱਖੀ ਦੇ ਪ੍ਰਚਾਰ ਲਈ ਕੋਈ ਐਸੀ ਹੀ ਉਪਰਾਲਾ ਕਰਨ। ਸੋ 22 ਮੰਜੀਆਂ ਥਾਪੀਆਂ ਗਈਆਂ, 52 ਪੀੜੇ ਬਣਾਏ ਗਏ ਅਤੇ 72 ਸਿੱਖਾਂ ਨੇ ਦਿਨ ਰਾਤ ਇੱਕ ਕਰਕੇ ਸਿੱਖੀ ਦ੍ਰਿੜ ਕਰਾਈ। ਸੂਰਜ ਪ੍ਰਕਾਸ਼ ਦੀ ਵੀ ਇਹ ਹੀ ਗਵਾਹੀ ਹੈ। ਦ੍ਰੈ ਵਿਸ਼ਤ ਦਿਲੀ ਉਮਰਾਇਵ, ਤਿੱਤੇ ਸਿੱਖ ਮੰਜੀ ਸੂ ਬਣਾਇਵ। ਇਹ ਮੰਜੀਆਂ ਇੱਕ ਪ੍ਰਕਾਰ ਦੇ ਕੇਂਦਰ ਹੀ ਹੁੰਦੇ ਸਨ ਜਿੱਥੇ ਇਲਾਕੇ ਦੀਆਂ ਸੰਗਤਾਂ ਨਾਮ ਦਾਨ ਇਸ਼ਨਾਨ ਦ੍ਰਿੜ ਕਰਦੀਆਂ। ਇਹ ਮੰਜੀਦਾਰ ਗੁਰੂ ਪਾਤਸ਼ਾਹ ਕੋਲੋਂ ਬਖਸ਼ਿਸ਼ ਲੈ ਕੇ ਵਰਸਾਏ ਹੁੰਦੇ ਸਨ। ਉਹ ਜਿੱਥੇ ਸਿੱਖੀ ਦੀ ਰਹੁ ਰੀਤੀ ਸਮਝਾਉਂਦੇ, ਉੱਥੇ ਹਰ ਸਾਲ 2 ਵਾਰੀ ਗੋਇੰਦਵਾਲ ਪੁੱਜ ਕੇ ਆਪਣੇ ਸ਼ੰਕੇ ਨਿਵਰਤ ਕਰਦੇ ਅਤੇ ਫਿਰ ਸੰਗਤਾਂ ਨੂੰ ਸਿੱਖੀ ਰਾਹ ਪਾਉਂਦੇ। ਇਹਨਾਂ ਮੰਜੀਆਂ ਕਾਰਨ ਕੋਈ
ਭਟਕ ਦੂਰ ਨਹੀਂ ਸੀ ਜਾਂਦਾ ਤੇ ਨਾ ਹੀ ਕੋਈ ਸਿੱਖੀ ਸਿਧਾਂਤ ਵਿੱਚ ਰਲਾ ਕੇ ਪਾ ਸਕਦਾ ਸੀ। ਐਥਨ ਕੇ ਮੈਰੰਕੋ ਨੇ ਆਪਣੀ ਪੁਸਤਕ ਦੀ ਟਰਾਂਸਫਰਮੇਸ਼ਨ ਆਫ ਸਿੱਖ ਸੁਸਾਇਟੀ ਵਿੱਚ ਠੀਕ ਲਿਖਿਆ ਹੈ ਕਿ ਮੰਜੀਆਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੇ ਪ੍ਰਚਾਰ ਲਈ ਥਾਪੀਆਂ ਗਈਆਂ ਸਨ। ਇਹ ਮੰਜੀਆਂ ਸਿੱਖਾਂ ਦੇ ਸਤਸੰਗ ਦੇ ਅਸਥਾਨ ਬਣ ਗਏ ਅਤੇ ਸਮਾਂ ਪਾ ਕੇ ਉਹਨਾਂ ਥਾਵੀਂ ਗੁਰਦੁਆਰੇ ਉਸਰ ਗਏ। ਮੈਰੰਕੋ ਦਾ ਇਹ ਵਿਚਾਰ ਵੀ ਹੈ ਕਿ ਇਹ ਕਾਰਜ ਗੁਰੂ ਅੰਗਦ ਦੇਵ ਜੀ ਵੇਲੇ ਹੀ ਆਰੰਭ ਹੋ ਗਿਆ ਸੀ। ਤਵਾਰੀਖ ਗੁਰੂ ਖਾਲਸਾ ਵਿੱਚ ਵੀ ਇਸੇ ਭਾਵ ਦੀ ਇੱਕ ਟੂਕ ਦਿੱਤੀ ਹੈ। ਜਿਹੜੇ ਅਜ਼ਮਤਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੇ ਸੰਗ੍ਰਹਿ ਕੀਤੇ ਸਨ ਅਤੇ ਬੜੇ ਗੁੱਝ ਰੱਖੇ ਹੋਏ ਸਨ, ਉਹ ਕਰਾਮਾਤਾਂ ਇਹਨਾਂ ਗੁਰੂ ਸਾਹਿਬਾਂ ਨੇ 22 ਅਸਥਾਨਾਂ ਪਰ 22 ਮੰਜੀਆਂ ਅਰਥਾਤ ਸੰਗਤਾਂ ਕਾਇਮ ਕਰਕੇ ਸੰਸਾਰੀ ਲੋਕਾਂ ਦੀ ਮਨੋਕਾਮਨਾ ਪੂਰੀ ਕਰਨ ਲਈ ਉਹਨਾਂ ਸ਼ਕਤੀਆਂ ਦੇ 22 ਸਦਾ ਵਰਤ ਲੰਗਰ ਲਗਾ ਦਿੱਤੇ ਸਨ ਕਿ ਜਿੱਥੇ ਜਿਸ ਨੂੰ ਲੋੜ ਪਵੇ ਉੱਥੇ ਹੀ ਪੂਰਨ ਹੋ ਜਾਵੇ। ਗੋਕਲ ਚੰਦ ਨਾਰੰਗ ਨੇ ਵੀ ਇਸੇ ਪਾਸੇ ਦੀ ਹਾਮੀ ਭਰੀ ਹੈ ਕਿ ਇਹਨਾਂ ਮੰਜੀਆਂ ਸਥਾਪਨ ਕਰਨ ਦੇ ਉਦਮ ਨੇ ਸਿੱਖ ਧਰਮ ਦੇ ਮੰਦਰਾਂ ਦੀ ਨੀਹਾਂ ਬਹੁਤ ਪੱਕੀਆਂ ਕਰ ਦਿੱਤੀਆਂ ਅਤੇ ਸਾਰੇ ਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਇਸ ਪ੍ਰਥਾ ਨੇ ਸਹਾਇਤਾ ਕੀਤੀ। ਮੰਜੀਦਾਰ ਆਚਰਨ ਦੀ ਮੂਰਤ ਭਗਤੀ ਭਾਵ ਵਿੱਚ ਰੰਗਿਆ ਅਤੇ ਸੇਵਾ ਸਿਮਰਨ ਵਿੱਚ ਨਿਪੁੰਨ ਅਤੇ ਗੋਇੰਦਵਾਲ ਤੋਂ ਬਖਸ਼ਿਸ਼ਾਂ ਲੈ ਕੇ ਆਇਆ ਹੁੰਦਾ ਸੀ। ਹਰ ਉਪਦੇਸ਼ ਨਾਲ ਵੱਡਾ ਉਪਦੇਸ਼ ਮਹਾਰਾਜ ਜੀ ਇਹ ਦਿੰਦੇ ਸਨ ਕਿ ਜਤ ਰੱਖੀ। ਭਾਈ ਹਿੰਦਾਲ ਜੀ ਨੂੰ ਮੰਜੀ ਸੌਂਪਣ ਵੇਲੇ ਵੀ ਇਹ ਹੀ ਫਰਮਾਇਆ ਸੀ ਕਿ ਜਤ ਰੱਖੀ। ਗੱਲ ਕੀ ਹਰ ਮੰਜੀ ਦਾ ਜ਼ਿੰਮੇਵਾਰ ਅਨੰਨ ਸਿੱਖ ਅਤ ਉੱਚੇ ਆਚਰਨ ਦਾ ਮਾਲਕ ਹੁੰਦਾ ਸੀ। ਭਾਈ ਕਾਹਨ ਸਿੰਘ ਜੀ ਦਾ ਵਿਚਾਰ ਵੀ ਇਹ ਹੈ ਕਿ ਗੁਰੂ ਅਮਰਦਾਸ ਜੀ ਨੇ 22 ਧਰਮ ਪ੍ਰਚਾਰਕ ਮਹੰਤ ਭਾਰਤ ਵਿੱਚ ਥਾਪੇ ਸਨ। ਆਪਣੇ ਸਿੱਖਾਂ ਵਿੱਚੋਂ 22 ਉੱਤਮ ਪ੍ਰਚਾਰਕ ਚੁਣ ਕੇ ਉਹਨਾਂ ਨੂੰ ਮੰਜੀਆਂ ਬਖਸ਼ੀਆਂ। ਸਿੱਖ ਸਮਾਜ ਵਿੱਚ ਮਾਣਯੋਗ ਠਹਿਰਾਇਆ। ਕਵੀ ਗੁਲਾਬ ਸਿੰਘ ਨੇ ਗੁਰਪ੍ਰਣਾਲੀ ਗੁਰੂ ਅਮਰਦਾਸ ਵਿੱਚ ਜਿੱਥੇ ਗੁਰੂ ਪਾਤਸ਼ਾਹ ਦੀਆਂ ਰਹਿਮਤਾਂ ਵਿੱਚ ਆਹਰ ਕੀਆ ਹੈ ਫਿਰ ਬੌਲੀ ਬਣਾਵਣੇ ਕਾ ਲਿਖਿਆ, ਉੱਥੇ ਵੱਡਾ ਕਾਰਜ ਮੰਜੀਆਂ 22 ਸੰਜੀਵਾਦਿਕਾਂ ਕੋ ਬਖਸ਼ੀਆਂ ਦਾ ਉਚੇਚਾ ਜ਼ਿਕਰ ਕੀਤਾ। ਹੁਣ ਇਹੋ ਦੱਸਣਾ ਰਹਿ ਗਿਆ ਕਿ ਉਹ ਪਹਿਲੀਆਂ 22 ਮਹਾਨ ਵਿਅਕਤੀਆਂ ਕਿਹੜੀਆਂ ਸਨ ਜਿਨ੍ਹਾਂ ਨੂੰ ਇਤਨੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ। ਕਈ ਸੂਚੀਆਂ ਮਿਲਦੀਆਂ ਹਨ। ਮਹਿਮਾ ਪ੍ਰਕਾਸ਼ ਗੁਰੂ ਅਮਰਦੇਵ ਜੀ ਨੇ ਆਪਣੀ ਸੂਚੀ ਦਿੱਤੀ ਹੈ। ਮਹਾਨ ਕੋਸ਼ ਵਿੱਚ ਦਰਜ ਸੂਚੀ ਵੀ ਪ੍ਰਮਾਣਿਕ ਕਰਕੇ ਮੰਨੀ ਜਾਂਦੀ ਰਹੀ ਹੈ। ਗਿਆਨੀ ਠਾਕੁਰ ਜੀ ਨੇ ਗੁਰਦੁਆਰਾ ਦਰਸ਼ਨ ਵਿੱਚ ਵੀ ਅਲੱਗ ਹੀ ਸੂਚੀ ਦਿੱਤੀ ਹੈ। ਕਨਈਆ ਲਾਲ ਨੇ ਤਰੀਖੇ ਪੰਜਾਬ ਵਿੱਚ ਕੁਝ ਉੱਗੀਆਂ ਮੰਜੀਆਂ ਦਾ ਵਰਣਨ ਕੀਤਾ ਹੈ, ਪਰ ਮੇਰੀ ਜਾਂਚੇ ਗੋਇੰਦਵਾਲ ਵਿਖੇ ਗੁਰਦੁਆਰਾ ਹਵੇਲੀ ਸਾਹਿਬ ਜੋ ਸੁਨਹਿਰੀ ਪੱਤਰੇ ਵਾਲੀ ਸੂਚੀ ਹੈ ਉਹ ਹੀ ਪ੍ਰਮਾਣਿਕ ਹੈ। ਇਹ ਠੀਕ ਹੈ ਕਿ 1 ਜਾਂ 2 ਮੰਜੀਆਂ ਦੇ ਉਪਦੇਸ਼ਕਾਂ ਦੇ ਥਹੁ ਪਤੇ ਨਹੀਂ ਮਿਲਦੇ, ਪਰ ਮੇਰਾ ਵਿਸ਼ਵਾਸ ਹੈ ਕਿ ਜਰਾ ਕੁ ਭਾਲ ਕੀਤਿਆਂ ਪਤਾ ਲੱਗ ਜਾਵੇਗਾ। ਜਿਵੇਂ ਇੱਕ ਮੱਲ ਜੀ ਸੇਵਾ ਪੜ੍ਹਿਆ ਜਾਂਦਾ ਹੈ, ਪਰ ਗੁਰੂ ਅਮਰਦਾਸ ਜੀ ਦੇ ਸਿੱਖਾਂ ਦੀ ਸੂਚੀ ਜੋ ਭਾਈ ਗੁਰਦਾਸ ਜੀ ਨੇ ਲਿਖੀ ਹੈ ਉਸ ਵਿੱਚ ਪਹਿਲੇ ਸਿੱਖ ਦਾ ਨਾਂ ਹੀ ਭਾਈ ਪ੍ਰਿਥਾ ਮੱਲ ਸੇਵਾ ਹਿਤਕਾਰੀ ਲਿਖਿਆ ਹੈ। ਮਾਈ ਭਾਗੋ ਹੋਰ ਕੋਈ ਨਹੀਂ ਹੋ ਸਕਦੀ। ਉਹ ਹੀ ਭਾਗ ਭਰੀ ਹੈ ਜੋ ਗੁਰੂ ਹਰਗੋਬਿੰਦ ਜੀ ਤੱਕ ਕਸ਼ਮੀਰ ਵਿੱਚ ਪ੍ਰਚਾਰ ਕਰਦੀ ਰਹੀ। ਭਾਵੇਂ ਅੱਖਾਂ ਦੀ ਜੋਤ ਭਾਗੋ ਜੀ ਦੀ ਚਲੀ ਗਈ ਸੀ, ਉਸ ਦੇ ਪਿਆਰ ਖਿੱਚੇ 6ਵੇਂ ਪਾਤਸ਼ਾਹ ਸ਼੍ਰੀਨਗਰ ਗਏ ਸਨ। ਮਹਿਮਾ ਪ੍ਰਕਾਸ਼ ਅਨੁਸਾਰ ਸ਼੍ਰੀ ਮੁਖ ਸਤਿਗੁਰ ਜੀ ਨੇ ਕਿਹਾ ਸੀ, ਹੇ ਮਾਈ ਤੈਂ ਪ੍ਰਣ ਕੀਨਾ ਤਾਂ ਤੇ ਮੋਹ ਆਵਣ ਪਾਇਆ ਮੈਂ ਭਾਉ ਭਗਤ ਅਧੀਨਾ। ਪਹਿਲੀ ਮੰਜੀ ਭਾਈ ਮਾਣਕ ਚੰਦ ਜੀਵੜੇ ਨੂੰ 1558 ਵਿੱਚ ਬਖਸ਼ੀ ਸੀ ਅਤੇ ਆਉਂਦੇ 16 ਸਾਲਾਂ ਵਿੱਚ ਇਹਨਾਂ ਦੇ ਜ਼ਿੰਮੇਵਾਰ ਬਦਲਦੇ ਚੱਲਦੇ ਰਹੇ। ਕਿਸੇ ਇੱਕ ਮੰਜੀਦਾਰ ਦੇ ਚਲਾਣਾ ਕਰ ਜਾਣ ਤੇ ਗੁਰੂ ਜੀ ਆਪ ਹੀ ਹੋਰ ਮੰਜੀਦਾਰ ਨਿਯੁਕਤ ਕਰਦੇ ਸਨ, ਸੋ ਇਹ ਕੋਈ ਪੀੜ੍ਹੀ ਦਰ ਪੀੜ੍ਹੀ ਨਹੀਂ ਸੀ। ਇਹ ਹੀ ਕਾਰਨ ਹੈ ਕਿ ਕਈ ਸੂਚੀਆਂ ਹੁਣ ਮਿਲਦੀਆਂ ਹਨ, ਜਿਵੇਂ ਭਾਈ ਪਾਰੋ ਜੁਲਕਾ ਦੇ ਚੜ੍ਹਾਈ ਕਰ ਜਾਣ ਤੇ ਉਸ ਦੇ ਪੁੱਤਰ ਨੂੰ ਨਾਂ ਦੇ ਕੇ ਭਾਈ ਲਾਲੂ ਜੀ ਨੂੰ ਦਿੱਤੀ। ਮਾਈ ਭਾਗੋ 17ਵੀਂ ਸਦੀ ਦੇ ਦੂਜੇ ਦਹਾਕੇ ਤੱਕ ਰਹੀ। ਅੱਲਾ ਯਾਰ ਖਾਨ ਲਾਹੌਰ ਵਿੱਚ ਪ੍ਰਚਾਰ ਕਰਦਾ ਰਿਹਾ। ਇਹ ਉਹ ਹੀ ਪਠਾਨ ਸੀ ਜਿਸ ਭਾਈ ਪਾਰੋ ਜੁਲਕਾ ਦਾ ਸਿਦਕ ਦੇਖ ਸਿੱਖੀ ਧਾਰੀ ਸੀ।
ਜੀਤ ਬੰਗਾਲੀ ਬਾਰੇ ਵੀ ਇਹ ਹੀ ਅਨੁਮਾਨ ਲੱਗਦਾ ਹੈ ਕਿ ਜਿਵੇਂ ਧੀਰੋ ਉਜੈਨੀ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ, ਤਿਵੇਂ ਇਹ ਕੋਈ ਬੰਗਾਲ ਦਾ ਪ੍ਰਸਿੱਧ ਸਿੱਖ ਹੋਵੇਗਾ ਜਿਸ ਨੇ ਬੰਗਾਲ ਵਿਖੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਉਸ ਦੇ ਪ੍ਰਚਾਰ ਦਾ ਸਦਕਾ ਹੀ ਢਾਕਾ ਗੁਰੂ ਕਾ ਕੋਠਾ ਕਹਿਲਾਇਆ। ਸੁਨਹਿਰੀ ਪੱਤਰੇ ਵਾਲੀ ਸੂਚੀ ਦੇ 22 ਮੰਜੀਆਂ ਦੇ ਜ਼ਿੰਮੇਵਾਰਾਂ ਦਾ ਵੇਰਵਾ। ਨੰਬਰ 1 ਭਾਈ ਪਾਰੋ ਜੁਲਕਾ, ਇਹ ਵੀ ਪਰਮਹੰਸ ਕਹਿਲਾਏ। ਸਿੱਧਗੀ ਇਤਨੇ ਸਨ ਕਿ ਝੱਖੜ ਹੋਵੇ ਜਾਂ ਬਾਰਿਸ਼, ਤੂਫਾਨ ਹੋਵੇ ਜਾਂ ਹੜ੍ਹ, ਦਰਸ਼ਨ ਕਰਨ ਘੋੜੇ ਤੇ ਚੜ੍ਹ ਪਿੰਡੋਂ ਗੋਇੰਦਵਾਲ ਆਉਂਦੇ। ਪ੍ਰਚਾਰ ਖੇਤਰ ਦੁਆਬਾ ਸੀ। ਨੰਬਰ 2 ਭਾਈ ਲਾਲੂ, ਭਾਈ ਪਾਰੋ ਜੁਲਕਾ ਦੀ ਸੰਗਤ ਕਰਕੇ ਸਿੱਖ ਬਣੇ, ਰਿੱਧੀਆਂ ਸਿੱਧੀਆਂ ਗੁਰੂ ਚਰਨਾਂ ਤੋਂ ਪਾਈਆਂ, ਸਮੁੰਦਰੀ ਇਲਾਕੇ ਸਿੰਧ ਤੱਕ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੰਭਾਲੀ। ਨੰਬਰ 3 ਭਾਈ ਮਹੇਸ਼ਾ ਧੀਰ, ਸ਼ਾਹੂਕਾਰ ਸਨ ਅਤੇ ਨਿਸ਼ਕਾਮ ਸੇਵਾ ਕਰਦੇ ਰਹੇ, ਬਖਸ਼ਿਸ਼ ਲੈ ਕੇ ਮਾਲਵਾ ਵਿੱਚ ਪ੍ਰਚਾਰ ਜ਼ਿੰਮੇਵਾਰੀ ਸੰਭਾਲੀ। ਨੰਬਰ 4 ਭਾਈ ਮਾਈ ਦਾਸ ਵੈਰਾਗੀ, ਨਰੋਲੀ ਪਿੰਡ ਮਾਝਾ ਦੇ ਰਹਿਣ ਵਾਲੇ ਸਨ, ਬੜੇ ਸੰਜਮੀ ਅਤੇ ਵੈਸ਼ਨਵ ਸਨ। ਭਾਈ ਮਾਣਕ ਚੰਦ ਜੀ ਦੀ ਸੰਗਤ ਨਾਲ ਆਤਮ ਗਿਆਨ ਮਿਲਿਆ ਸੀ, ਮਾਝੇ ਵਿੱਚ ਸਿੱਖੀ ਪ੍ਰਚਾਰ ਦੀ ਜ਼ਿੰਮੇਵਾਰੀ ਮਿਲੀ। ਨੰਬਰ 5 ਭਾਈ ਮਾਣਕ ਦਾਸ ਜੀਵੜਾ, ਇਹਨਾਂ ਹੀ ਬੌਲੀ ਸਾਹਿਬ ਦਾ ਕੜ ਗੈਂਤੀ ਨਾਲ ਤੋੜਿਆ ਸੀ, ਜਲ ਛਲ ਨਾਲ ਭਰ ਜਾਣ ਕਰਕੇ ਡੁੱਬ ਗਏ ਸਨ, ਪਰ ਗੁਰੂ ਜੀ ਦੀ ਬਖਸ਼ਿਸ਼ ਸਦਕਾ ਜੀਵੜੇ ਹੋਏ, ਮੰਜੀ ਦੀ ਜ਼ਿੰਮੇਵਾਰੀ ਮਿਲੀ ਅਤੇ ਦੂਰ ਦਰਾਡੇ ਪ੍ਰਚਾਰ ਕਰਨ ਜਾਂਦੇ ਰਹੇ। ਨੰਬਰ 6 ਭਾਈ ਸਾਵਣ ਮਲ, ਗੁਰੂ ਅਮਰਦਾਸ ਜੀ ਦੇ ਭਤੀਜੇ ਸਨ, ਪਹਾੜਾਂ ਵਿੱਚ ਪ੍ਰਚਾਰ ਦੀ ਜ਼ਿੰਮੇਵਾਰੀ ਮਿਲੀ। ਨੰਬਰ 7 ਭਾਈ ਪ੍ਰੀਥਾ ਮਲ ਜੀ ਸੇਵਾ ਹਿਤਕਾਰੀ, ਇਸ ਨੂੰ ਜਾਤ ਦਾ ਅਭਿਮਾਨ ਸੀ ਕਿ ਉਹ ਵੀ ਭੱਲਾ ਜਾਤ ਦਾ ਹੈ। ਗੁਰੂ ਜੀ ਨੇ ਜਦ ਕਿਹਾ ਕਿ ਗੁਰੂ ਦੀ ਜਾਤ ਕੋਈ ਨਹੀਂ ਹੁੰਦੀ ਤਾਂ ਸੋਝੀ ਮਿਲੀ, ਫਿਰੋਜ਼ਪੁਰ ਦੇ ਇਲਾਕੇ ਵਿੱਚ ਪ੍ਰਚਾਰ ਕਰਦੇ ਰਹੇ। ਨੰਬਰ 8 ਭਾਈ ਹਿੰਦਾਲ ਜੀ, ਲੰਗਰ ਦੀ ਸੇਵਾ ਕਰਦੇ ਸਨ, ਭਗਤੀ ਬੁੱਧ ਦਾ ਪ੍ਰਕਾਸ਼ ਮੱਥਾ ਟੇਕਣ ਵੇਲੇ ਦੱਸਿਆ। ਗੁਰੂ ਜੀ ਨੇ ਪ੍ਰਸੰਨ ਹੋ ਕੇ ਮੰਜੀ ਦੀ ਜ਼ਿੰਮੇਵਾਰੀ ਬਖਸ਼ੀ, ਜੰਡਿਆਲਾ ਦੇ ਇਲਾਕੇ ਪ੍ਰਚਾਰ ਕਰਦੇ ਰਹੇ। ਨੰਬਰ 9 ਸੱਚ ਨਿਸੱਚ, ਗੋਇੰਦਵਾਲ ਵਿਖੇ ਲੰਗਰ ਵਿੱਚ ਨਿਰੀਛਤ ਸੇਵਾ ਕਰਦੇ ਸਨ, ਹਰੀਪੁਰ ਦੀ ਰਾਣੀ ਦਾ ਵਿਆਹ ਇਸ ਨਾਲ ਕੀਤਾ ਅਤੇ ਅੰਬਾਲਾ ਦੇ ਇਲਾਕੇ ਪ੍ਰਚਾਰ ਕਰਨ ਲਈ ਭੇਜਿਆ। ਨੰਬਰ 10 ਭਾਈ ਗੰਗੂ ਸ਼ਾਹ, ਮਾਇਆ ਦੇ ਮੱਧ ਵਿੱਚ ਇਸ ਨੇ ਗੁਰੂ ਜੀ ਦੀ ਹੁੰਡੀ ਇੱਕ ਗਰੀਬ ਨੂੰ ਇਹ ਕਹਿ ਕੇ ਨਹੀਂ ਸੀ ਤਾਰੀ ਕਿ ਗੁਰੂ ਦੇ ਖਾਤੇ ਵਿੱਚ ਕੁਝ ਨਹੀਂ, ਦਰ ਦਰ ਦੀਆਂ ਠੋਕਰਾਂ ਖਾਂਦਾ ਗੋਇੰਦਵਾਲ ਆਇਆ, ਸੇਵਾ ਕਰਕੇ ਮੈਲ ਧੋਤੀ, ਮੰਜੀ ਦੀ ਜ਼ਿੰਮੇਵਾਰੀ ਮਿਲੀ, ਲਾਹੌਰ ਦੇ ਇਲਾਕੇ ਪ੍ਰਚਾਰ ਕਰਦੇ ਰਹੇ। ਨੰਬਰ 11 ਭਾਈ ਸਧਾਰਨ ਲੋਹਾਰ, ਇਹਨਾਂ ਨੇ ਬੌਲੀ ਸਾਹਿਬ ਬਣਨ ਵੇਲੇ ਸਾਰਾ ਲੋਹਾਰਾ ਕਾਰਜ ਮਨ ਚਿੱਤ ਕਰਕੇ ਕੀਤਾ ਸੀ, ਬਕਾਲਾ ਵਿਖੇ ਪ੍ਰਚਾਰ ਨੂੰ ਸੰਭਾਲਿਆ। ਨੰਬਰ 12 ਮਥੋ ਮੁਰਾਰੀ, ਇਹ ਉਹ ਕਰਮਾਂ ਵਾਲੀ ਜੋੜੀ ਸੀ ਜਿਸ ਨੂੰ ਗੁਰੂ ਜੀ ਨੇ ਆਪਣੀ ਹੱਥੀਂ ਵਿਆਹ ਕੇ ਬੇਟਾ ਤੇ ਪੁੱਤਰੀ ਕਿਹਾ ਸੀ। ਇਹ ਜੋੜੀ ਚੂਨੀਆ ਤਹਿਸੀਲ ਲਾਹੌਰ ਵਿੱਚ ਪ੍ਰਚਾਰ ਕਰਦੀ ਰਹੀ, ਮੰਜੀ ਦੀ ਜ਼ਿੰਮੇਵਾਰੀ ਦੋਹਾਂ ਨੂੰ ਹੀ ਬਖਸ਼ੀ ਗਈ ਸੀ। ਨੰਬਰ 13 ਖੇਡਾ ਸੋਈਨੀ, ਇਹ ਦੁਰਗਾ ਭਗਤ ਬ੍ਰਾਹਮਣ ਸੀ, ਗੁਰੂ ਘਰ ਦੁਰਗਾ ਨੂੰ ਝਾੜੂ ਦੇਂਦੇ ਦੇਖ ਸ਼ਰਨ ਆਇਆ, ਖੇਮ ਕਰਨ ਵਿੱਚ ਮੰਜੀ ਦੀ ਜ਼ਿੰਮੇਵਾਰੀ ਲੈ ਸਿੱਖੀ ਪ੍ਰਚਾਰ ਕਰਦੇ ਰਹੇ। ਨੰਬਰ 14-15 ਭਾਈ ਫਿਰਿਆ ਅਤੇ ਕਟਾਰਾ, ਇਹਨਾਂ ਦੇ ਸਿਦਕ ਨੂੰ ਦੇਖ ਕੇ ਗੁਰੂ ਜੀ ਨੇ ਇਹਨਾਂ ਨੂੰ ਧਰਮਸ਼ਾਲ ਥਾਪਣ ਅਤੇ ਗੋਰਖ ਦੇ ਪੁਜਾਰੀਆਂ ਨੂੰ ਮੰਤਰਾਂ ਜੰਤਰਾਂ ਤੋਂ ਹਟਾ ਕੇ ਸ਼ਬਦ ਦੇ ਲੜ ਲਗਾਉਣ ਦਾ ਹੁਕਮ ਦੇ ਕੇ ਮੰਜੀ ਸੌਂਪੀ ਸੀ। ਇਹ ਮੰਜੀ ਦੀ ਜ਼ਿੰਮੇਵਾਰੀ ਦੋਹਾਂ ਨੂੰ ਹੀ ਸੌਂਪੀ ਸੀ। ਕਸ਼ਮੀਰ ਦੇ ਪਹਾੜੀ ਇਲਾਕੇ ਅਤੇ ਫਿਰ ਦੂਰ ਦੂਰ ਤੱਕ ਪ੍ਰਚਾਰ ਕਰਨ ਜਾਂਦੇ ਰਹੇ। ਮੀਰਪੁਰ ਕਸ਼ਮੀਰ ਵਿੱਚ ਸਮਾਏ। ਨੰਬਰ 16 ਭਾਈ ਸਾਈਂ ਦਾਸ ਗੁਸਾਈ, ਲਾਹੌਰ ਦਾ ਨਿਵਾਸੀ ਸੀ। ਗੁਰੂ ਅਮਰਦਾਸ ਜੀ ਨੇ ਇਹਨਾਂ ਨੂੰ ਰਾਵੀ ਪਾਰ ਸਿੱਖੀ ਦੇ ਪ੍ਰਚਾਰ ਲਈ ਭੇਜਿਆ। ਗੁਰੂ ਅਰਜਨ ਸਾਹਿਬ ਤੱਕ ਸੇਵਾ ਨਿਭਾਉਂਦੇ ਰਹੇ। ਨੰਬਰ 17 ਦਿੱਤੇ ਕੇ ਭਲੇ, ਇਹ ਭੱਲਾ ਜਾਤੀ ਦਾ ਬਾਸਰਕੇ ਦਾ ਵਸਨੀਕ ਸਿੱਖ ਸੀ। ਗੁਰੂ ਦਾਤ ਪਾ ਕੇ ਮਾਝੇ ਵਿੱਚ ਪ੍ਰਚਾਰ ਕਰਦਾ ਰਿਹਾ। ਨੰਬਰ 18 ਮਾਈ ਸੇਵਾ, ਇਸ ਮਾਈ ਨੇ ਬੌਲੀ ਸਾਹਿਬ ਇਤਨੇ ਲਗਨ ਨਾਲ ਸੇਵਾ ਕੀਤੀ ਕਿ ਗੁਰੂ ਜੀ ਦੀ ਅਸੀਸ ਦੀ ਪਾਤਰ ਬਣੀ। ਐਸੀ ਸਿਮਰਨ ਸ਼ਕਤੀ ਪ੍ਰਾਪਤ ਕਰ ਗਈ, ਇੱਥੇ ਗੋਇੰਦਵਾਲ ਬੈਠਿਆਂ ਹੀ ਆਪਣੇ ਨਿੱਕੇ ਜਿਹੇ ਬੱਚੇ ਨੂੰ ਲੋਰੀ ਦੇਂਦੀ। ਕਾਬਲ ਵਿੱਚ ਸਿੱਖੀ ਦੇ ਪ੍ਰਚਾਰ ਲਈ ਮੰਜੀ ਦੀ ਜ਼ਿੰਮੇਵਾਰੀ ਮਿਲੀ। ਨੰਬਰ 19 ਦੁਰਗੋ ਪੰਡਤ, ਇਹ ਪੰਡਤ ਰੇਖਾਵਾਂ ਪੜ੍ਹਨ ਦਾ ਮਾਹਿਰ ਸੀ। ਇਸੇ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਦਮ ਰੇਖ ਦੇਖ ਸੱਚੇ ਪਾਤਸ਼ਾਹ ਹੋਣ ਦੀ ਭਵਿੱਖਬਾਣੀ ਕੀਤੀ ਸੀ। ਗੁਰੂ ਪਦਵੀ ਪਾਉਣ ਉਪਰੰਤ ਤੀਰਥ ਯਾਤਰਾ
ਸਮੇਂ ਇਹ ਗੁਰੂ ਦਰਬਾਰ ਹਾਜ਼ਰ ਹੋਇਆ ਸੀ ਅਤੇ ਦੀਨ ਦੁਨੀ ਦੋਵਾਂ ਦਾ ਸੁੱਖ ਪ੍ਰਾਪਤ ਕੀਤਾ ਸੀ। ਇਹਨਾਂ ਨੂੰ ਹਰਦੁਆਰ ਮੰਜੀ ਦੀ ਜ਼ਿੰਮੇਵਾਰੀ ਸੌਂਪੀ। ਨੰਬਰ 20 ਜੀਤ ਬੰਗਾਲੀ ਬੰਗਾਲ ਦੇ ਰਹਿਣ ਵਾਲਾ ਇੱਕ ਸਿੱਖ ਸੀ ਜਿਸ ਨੇ ਬਖਸ਼ਿਸ਼ ਪਾ ਬੰਗਾਲ ਅਸਾਮ ਸਿੱਖੀ ਦ੍ਰਿੜਾਈ। ਨੰਬਰ 21 ਬੀਬੀ ਭਾਗੋ ਅਨੰਨ ਭਗਤੀ ਵਿੱਚ ਗੁੜੁੰਦ ਬੀਬੀ ਸੀ। ਕਸ਼ਮੀਰ ਵਿੱਚ ਸਿੱਖੀ ਫੈਲਾਉਣ ਦੀ ਜ਼ਿੰਮੇਵਾਰੀ ਇਸ ਨੂੰ ਸੌਂਪੀ ਗਈ। ਨੰਬਰ 22 ਭਾਈ ਬਲੂ ਗੁਰੂ ਅਮਰਦਾਸ ਜੀ ਦਾ ਅਨੰਨ ਸੇਵਕ ਸੀ। ਗੁਰੂ ਪਾਤਸ਼ਾਹ ਦੇ ਗੁਰਗੱਦੀ ਬੈਠਣ ਤੋਂ ਜੋਤੀ ਜੋਤ ਸਮਾਉਣ ਤੱਕ ਸੇਵਾ ਨਿਭਾਉਂਦੇ ਰਹੇ। ਗੁਰੂ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਨਾਈ ਸਨ। ਇਹਨਾਂ ਨੂੰ ਗੋਇੰਦਵਾਲ ਵਿਖੇ ਹੀ ਮੰਜੀ ਦੀ ਸੇਵਾ ਸੌਂਪੀ ਗਈ ਅਤੇ ਸਿੱਖਾਂ ਨੂੰ ਉਪਦੇਸ਼ ਦ੍ਰਿੜ ਕਰਾਉਂਦੇ। ਜਿਧਰੇ ਕਿਧਰੇ ਕੋਈ ਸਿੱਖ ਆਦਰਸ਼ ਤੋਂ ਭਟਕਦਾ ਦੇਖਦੇ ਇਹ ਹੀ ਜਾ ਕੇ ਸਮਝਾਉਂਦੇ। ਇਹਨਾਂ ਤੋਂ ਇਲਾਵਾ ਇਹਨਾਂ ਨੂੰ ਮੰਜੀ ਦੀ ਜ਼ਿੰਮੇਵਾਰੀ ਸਮਾਂ ਪਾ ਕੇ ਸੌਂਪੀ ਗਈ। ਉਹ ਭਾਈ ਦਰਬਾਰੀ, ਭਾਈ ਬੂਆ, ਭਾਈ ਅੱਲਾ ਯਾਰ, ਭਾਈ ਰਾਜਾ ਰਾਮ, ਭਾਈ ਰੰਗਦਾਸ, ਭਾਈ ਕਦਾਰੀ, ਭਾਈ ਖਾਨੂ ਸ਼ੁਰਾ, ਭਾਈ ਭਿੱਖਾ ਭੱਟ, ਭਾਈ ਰੰਗ ਸ਼ਾਹ ਵੀ ਸਨ। ਇਹਨਾਂ ਮੰਜੀਆਂ ਦੀ ਥਾਪਣਾ ਕਾਰਨ ਸਿੱਖਾਂ ਦੀ ਆਪਣੀ ਜਥੇਬੰਦੀ ਬਣ ਗਈ। ਪੰਥ ਦੀ ਸਾਜਨਾ ਵੱਲ ਇਹ ਇੱਕ ਮਹਾਨ ਕਦਮ ਸੀ। ਭਾਈ ਦਰਬਾਰੀ ਜੀ ਨਗਰ ਮਜੀਠਾ ਵਿੱਚ ਭਾਈ ਦਰਬਾਰੀ ਰਹਿੰਦੇ ਸਨ। ਗੁਸਾਈਆਂ ਦੀ ਸੇਵਾ, ਪੂਜਾ ਅਤੇ ਕਰਮਕਾਂਡੀ ਜੀਵਨ ਸੀ। ਗੁਰੂ ਅਮਰਦਾਸ ਜੀ ਨੇ ਦਰਸ਼ਨਾਂ ਨੂੰ ਆਏ ਤਾਂ ਸੱਚੀ ਭਗਤ ਦਾ ਰਾਹ ਮਿਲਿਆ। ਕਰਮਕਾਂਡ ਦਾ ਜੀਵਨ ਵਿਸਾਰ ਭਗਤੀ ਭਾਵ ਅਤੇ ਗੁਰਸੇਵਾ ਵਿੱਚ ਗੁਜ਼ਾਰਨ ਲੱਗੇ। ਗੁਰੂ ਜੀ ਨੇ ਪੁੱਗਿਆਂ ਦੇਖ ਸਤਨਾਮ ਦਾ ਉਪਦੇਸ਼ ਦ੍ਰਿੜ ਕਰਾਉਣ ਲਈ ਮਜੀਠੇ ਦੇ ਇਲਾਕੇ ਵਿੱਚ ਭੇਜਿਆ। ਗੁਰੂ ਜੀ ਦਾ ਅਕਾਲ ਚਲਾਣਾ ਵੀ ਮਜੀਠਾ ਵਿਖੇ ਹੀ ਹੋਇਆ। ਭਾਈ ਬੂਆ ਮਹਾਨ ਕੋਸ਼ ਦੇ ਇਸ ਲਿਖੇ ਅਨੁਸਾਰ ਭਾਈ ਬੂਆ ਜੀ ਹਰਗੋਬਿੰਦਪੁਰ ਦੇ ਰਹਿਣ ਵਾਲੇ ਸਨ। ਗੁਰੂ ਅਮਰਦਾਸ ਜੀ ਪਾਸ ਗੋਇੰਦਵਾਲ ਆ ਕੇ ਹਿਊਮੇ ਨਿਵਾਰ ਸੇਵਾ ਕਰਦੇ ਰਹੇ। ਇਹ ਵਿਦਵਾਨ ਸਨ ਅਤੇ ਕਥਾ ਬੜੀ ਰੋਚਕ ਕਰਦੇ ਸਨ। ਗੁਰੂ ਜੀ ਨੇ ਇਹਨਾਂ ਨੂੰ ਵੀ ਪਰਮਹੰਸ ਦਾ ਮਾਣ ਬਖਸ਼ਿਆ ਸੀ। ਭਾਈ ਰਾਜਾ ਰਾਮ ਜੀ ਗਿਆਨੀ ਠਾਕੁਰ ਸਿੰਘ ਜੀ ਦੇ ਕਥਨ ਅਨੁਸਾਰ ਇਹ ਸਾਰਸਵਤ ਜਾਤ ਦੇ ਬ੍ਰਾਹਮਣ ਸਨ। ਵੇਦ ਵਕਤਾ ਅਤੇ ਸ਼ਾਸਤਰ ਗਿਆਤਾ ਸਨ। ਪੁਰਾਣਿਕ ਕਥਾ ਬਹੁਤ ਸੁਰੀਲੀ ਆਵਾਜ਼ ਵਿੱਚ ਸੁਣਾਉਂਦੇ ਸਨ। ਗੁਰੂ ਦੇ ਲੰਗਰ ਵਿੱਚ ਇੱਕ ਸਮਾਨ ਸਭ ਦਾ ਖਾਣਾ ਸੁਣ ਗੁਰੂ ਅਮਰਦਾਸ ਜੀ ਨਾਲ ਚਰਚਾ ਕਰਨ ਉਠਾਇਆ। ਸੰਗਤ ਵਿੱਚ ਹਿਊਮੇ ਕਰ ਬੋਲ ਉੱਠਿਆ, ਆਪ ਸਭ ਨੂੰ ਇੱਕ ਥਾਵੇਂ ਪ੍ਰਸ਼ਾਦ ਛਕਾ ਕੇ ਸ਼ਾਸਤਰ ਵਿਰੁੱਧ ਕਰਮ ਕਰ ਰਹੇ ਹੋ। ਇਸ ਤਰ੍ਹਾਂ ਧਰਮ ਨਸ਼ਟ ਹੋ ਜਾਏਗਾ। ਗੁਰੂ ਜੀ ਨੇ ਸਹਿਜ ਵਿੱਚ ਹੀ ਬਚਨ ਕਹੇ, ਸਾਡੀ ਜਾਤ ਪਾਤ ਕੇਵਲ ਨਾਮ ਹੈ। ਗੁਰੂ ਨਾਨਕ ਜੀ ਨੇ ਸਭ ਮਹਿ ਜੋਤ ਜਾਤਾ ਤੂੰ ਸੋਈ ਦਾ ਪ੍ਰਚਾਰ ਕਰਕੇ ਮਨੁੱਖ ਮਾਤਰ ਨਾਲ ਪਿਆਰ ਕਰਨਾ ਸਿਖਾਇਆ ਸੀ। ਇਹ ਬਚਨ ਸੁਣ ਕੇ ਰਾਜਾ ਰਾਮ ਜੀ ਚਰਨੀ ਢੱਠੇ ਅਤੇ ਜਾਤ ਵਿਦਿਆ ਦਾ ਹੰਕਾਰ ਤਜ ਪਿੰਡ ਪਿੰਡ ਫਿਰ ਸਤਨਾਮ ਦਾ ਜਾਪ ਜਪਾਉਣ ਲੱਗੇ। ਇਸੇ ਹੀ ਵੰਸ਼ ਦੇ ਬ੍ਰਾਹਮਣ ਅੰਮ੍ਰਿਤ ਛਕ ਕੇ ਦੁਆਬੇ ਵਿੱਚ ਪ੍ਰਚਾਰ ਕਰਦੇ ਰਹੇ। ਪਿੰਡ ਸੰਧਵਾਂ ਜ਼ਿਲ੍ਹਾ ਜਲੰਧਰ ਵਿੱਚ ਹੁਣ ਵੀ ਉਹਨਾਂ ਦੀ ਔਲਾਦ ਹੈ। ਭਾਈ ਰੰਗ ਸ਼ਾਹ ਜੀ ਜ਼ਿਲ੍ਹਾ ਜਲੰਧਰ ਦੇ ਪਿੰਡ ਮਲੂਪੋਤਾ ਦੇ ਰਹਿਣ ਵਾਲੇ ਇੱਕ ਵਾਮ ਮਾਰਗੀ ਧਨੀ ਪੁਰਸ਼ ਸਨ। ਜ਼ਿੰਦਗੀ ਵਿਭਚਾਰੀ ਅਤੇ ਦੁਰਾਚਾਰੀ ਸੀ। ਆਚਾਰ ਨੂੰ ਤੁੱਛ ਕਹਿੰਦੇ। ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋਏ ਅਤੇ ਜੀਵਨ ਜੁਗਤ ਤੇ ਜੀਵਨ ਦੇ ਮਨੋਰਥ ਦੀ ਸੂਝ ਮਿਲੀ। ਹੁਣ ਸਵਾਸ ਸਵਾਸ ਨਾਮ ਜਪਣ ਲੱਗੇ। ਦੁਆਬੇ ਵਿੱਚ ਹੀ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਹਿੱਤ ਲਗਾਇਆ। ਆਪਣੇ ਨਗਰ ਹੀ ਸਮਾਏ। ਸ਼੍ਰੀ ਗੁਰੂ ਦੁਆਰੇ ਦੇ ਲੇਖਕ ਨੇ ਲਿਖਿਆ ਹੈ ਕਿ ਇਸ ਦੀ ਵੰਸ਼ ਹੁਣ ਤੱਕ ਸ਼ਹਿਰ ਬੰਗਾ ਵਿਖੇ ਹੈ। ਭਾਈ ਕਿਸ਼ਨ ਸਿੰਘ ਜੀ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਭਾਈ ਕਦਾਰੀ ਜੀ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਸਨ। ਰਾਤ ਦਿਨ ਹੀ ਵਿਕਾਰਾਂ ਵਿੱਚ ਪਏ ਰਹਿੰਦੇ। ਧਨ ਪਦਾਰਥਾਂ ਦਾ ਬਹੁਤ ਗੁਮਾਨ ਸੀ। ਗੁਰੂ ਅਮਰਦਾਸ ਜੀ ਦੇ ਦਰਸ਼ਨ ਜਦ ਗੋਇੰਦਵਾਲ ਕੀਤੇ ਅਤੇ ਉਹਨਾਂ ਦੇ ਮੁਖ ਤੋਂ ਆਨੰਦ ਸਾਹਿਬ ਦੀ ਇਹ ਤੁਕ, ਇਹ ਸਰੀਰਾ ਮੇਰਿਆ ਇਸ ਜਗ में आई के क्या तुद कर्म कमाया, क्या कर्म कमाया तुद सरीरा ਜਾਂ ਤੂੰ ਜਗ में ਆਇਆ। ਜਦ ਸੁਣੀ ਤਾਂ ਸੁੱਤਾ ਮਨ ਜਾਗ ਪਿਆ ਅਤੇ ਜੀਵਨ ਰਾਹ ਪਾ ਹੋਰਨਾਂ ਨੂੰ ਵੀ ਰਾਹੇ ਪਾਉਂਦੇ ਰਹੇ। ਇਹਨਾਂ ਨੇ ਦੂਰ ਦਰਾਡੇ ਜਾ ਕੇ ਪ੍ਰਚਾਰ ਕੀਤਾ। ਅਕਾਲ ਚਲਾਣਾ ਬਟਾਲੇ ਵਿਖੇ ਹੀ ਹੋਇਆ। ਇਸੇ ਤਰ੍ਹਾਂ ਅਨੇਕਾਂ ਸਿੱਖ ਉਪਦੇਸ਼ ਦਾਨ ਦਿੰਦੇ ਰਹੇ ਅਤੇ ਜੀਵਨ ਸੰਵਾਰਦੇ ਰਹੇ। ਅੱਜ ਅਸੀਂ ਪਰਬਤ ਮੈਰਾਨ ਕਿਤਾਬ ਦੇ 161 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।